हेलो एवरीवन, वेलकम टू स्टडी शॉकट। योर स्टडी बिकम्स ईजियर। सो ਅੱਜ ਆਪਾਂ ਲੈ ਕੇ ਆਏ ਹਾਂ ਜੀ ਤੁਹਾਡੇ ਲਈ ਨੈਕਸਟ ਲੈਕਚਰ ਸੀਡੀਪੀ ਕੋਰਸ ਆਪਾਂ ਸ਼ੁਰੂ ਕੀਤਾ ਹੋਇਆ ਪੀਐਸਟੈਟ 2021 ਜੋ 24 ਦਸੰਬਰ ਨੂੰ ਹੋਣਾ। ਇਸ ਤੋਂ ਇਲਾਵਾ ਇਹ ਸੀਡੀਪੀ ਕੋਰਸ ਦੀ ਜੋ ਸੀਰੀਜ਼ ਹੈਗੀ ਆ ਉਹ ਸਾਰਿਆਂ ਲਈ ਹੈਲਪਫੁਲ ਹੈ, ਚਾਹੇ ਤੁਸੀਂ ਸੀਟੈਟ ਦੇ ਲਈ ਪ੍ਰੀਪੇਅਰ ਕਰ ਰਹੇ ਹੋ ਜਾਂ ਕਿਸੇ ਵੀ ਸਟੇਟ ਦੇ ਟੈਟ ਲਈ ਪ੍ਰੀਪੇਅਰ ਕਰ ਰਹੇ ਹੋ। ਸੋ ਸੀਡੀਪੀ ਕੋਰਸ ਦੇ ਵਿੱਚ ਤੁਹਾਨੂੰ ਸਾਰੇ ਹੀ ਕਨਸੈਪਟਸ ਜਿਹੜੇ ਆ ਕਲੀਅਰ ਹੋਣ ਵਾਲੇ ਆ। ਸਾਈਕੋਲੋਜੀ ਦੀ ਕਾਫੀ ਇੰਪੋਰਟੈਂਸ ਹੈਗੀ ਜੀ, ਹਰ ਇੱਕ ਟੈਟ ਦੇ ਵਿੱਚ ਇਸਦੇ ਜੋ ਵੇਟੇਜ ਹੈਗੀ ਹੈ ਮਾਰਕਸ ਯਾਨੀ ਕਿ ਜਿੰਨੇ ਕੁਐਸਚਨਸ ਆਉਂਦੇ ਆ ਉਹ ਸਾਰਿਆਂ ਨਾਲੋਂ ਜ਼ਿਆਦਾ ਹੁੰਦੇ ਆ। ਅਗਰ ਤੁਸੀਂ ਇਹ ਸੀਡੀਪੀ ਦਾ ਕੋਰਸ ਫੋਲੋ ਕਰਦੇ ਹੋ ਤਾਂ ਤੁਹਾਡੇ ਸਾਰੇ ਹੀ ਸਬਜੈਕਟਸ ਦੇ ਵਿੱਚ ਜਿਹੜੇ ਮਾਰਕਸ ਆ ਉਹ श्योर हो जाएंगे। तो अगर आप पीएसटेट की गल कर लीजिए ਉਹਦੇ सीडीपी कोर्स ਦੇ ਵਿੱਚ तकरीबन 60 नंबर ਦਾ ਜਿਹੜਾ ਪੇਪਰ ਆ ਉਹ ਬਣਦਾ ਹੈ। ਸੋ ਅਗਰ ਤੁਸੀਂ ਇਹ ਕੋਰਸ ਚੰਗੀ ਤਰ੍ਹਾਂ ਕਰਦੇ ਹੋ ਤਾਂ ਆਪਣੇ ਸਾਰੇ ਕਨਸੈਪਟਸ ਕਲੀਅਰ ਕਰਦੇ ਹੋ ਤਾਂ ਤੁਸੀਂ ਹਰ ਇੱਕ ਤਰ੍ਹਾਂ ਦਾ ਐਮਸੀਕਿਊ ਸੋਲਵ ਕਰ ਸਕਦੇ ਹੋ ਤੇ ਆਪਣੇ ਐਗਜ਼ਾਮ ਦੇ ਵਿੱਚ 60 ਮਾਰਕਸ ਜਿਹੜੇ ਤੁਹਾਡੇ ਉਹ ਸ਼ੋਰ ਹੋ ਜਾਣਗੇ। ਸੋ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਵਾਲੇ ਹਾਂ ਜੀ ਸੋਸ਼ਲਾਈਜੇਸ਼ਨ ਪ੍ਰੋਸੈਸ ਦੀ। ਇਸ ਤੋਂ ਪਹਿਲਾਂ ਆਪਾਂ 5 ਪਾਰਟ ਅਪਲੋਡ ਕਰ ਚੁੱਕੇ ਹਾਂ ਜੀ, ਉਹਨਾਂ ਦੀ ਵੀਡੀਓ ਦਾ ਲਿੰਕ ਤੁਹਾਨੂੰ ਆਈ ਬਟਨ ਤੇ ਕਲਿੱਕ ਕਰਕੇ ਮਿਲ ਜਾਏਗਾ। ਅਗਰ ਤੁਸੀਂ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ, ਬੈਲ ਆਈਕਨ ਨੂੰ ਪ੍ਰੈਸ ਕਰਕੇ ਆਲ ਤੇ ਜ਼ਰੂਰ ਕਲਿੱਕ ਕਰ ਲਿਓ ਤਾਂ ਕਿ ਸਾਰੀ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ। ਪਰ ਕਈ ਵਾਰ ਤੁਹਾਡੇ ਤੱਕ YouTube ਦੀ ਨੋਟੀਫਿਕੇਸ਼ਨ ਨਹੀਂ ਪਹੁੰਚ ਪਾਉਂਦੀ ਤਾਂ ਪਲੀਜ਼ ਟੈਲੀਗ੍ਰਾਮ ਚੈਨਲ ਨੂੰ ਜ਼ਰੂਰ ਜੁਆਇਨ ਕਰੋ, ਉਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚੋਂ ਮਿਲ ਜਾਏਗਾ। शुरू करते वीडियो ਨੂੰ। ਉਹ ਸੋਸ਼ਲਾਈਜੇਸ਼ਨ क्या ਹੁੰਦਾ ਹੈ? ਸੋਸ਼ਲਾਈਜੇਸ਼ਨ ਇੱਕ ਐਸੀ ਟਰਮ ਹੈਗੀ ਹੈ ਜਿਸ ਦਾ ਮਤਲਬ ਹੈ ਸਮਾਜੀਕਰਨ। ਸਮਾਜੀਕਰਨ ਦਾ ਮਤਲਬ ਹੈ ਕਿ ਸਮਾਜ ਨੂੰ ਚਲਾਉਣ ਲਈ ਜਿਹੜੇ ਵੀ ਰੂਲਸ, ਇੱਕ ਸਮਾਜ ਨੂੰ ਇੱਕ ਲੈਅ ਦੇ ਵਿੱਚ ਚਲਾਉਣ ਲਈ, ਇੱਕ ਸਹੀ ਢੰਗ ਨਾਲ ਚਲਾਉਣ ਲਈ ਕੁਝ ਰੂਲਸ ਦੀ, ਕੋਡ ਆਫ ਕੰਡਕਟ ਦੀ, ਕੁਝ ਕਸਟਮਸ ਦੀ, ਕੁਝ ਵੈਲਿਊਜ਼ ਦੀ ਜ਼ਰੂਰਤ ਪੈਂਦੀ ਹੈ। ਸੋ ਉਹ ਸਾਰੀ ਵੈਲਿਊਜ਼ ਨੂੰ, ਉਹ ਸਾਰੇ ਰੂਲਸ ਨੂੰ, ਉਹ ਸਾਰੇ ਤਰੀਕਿਆਂ ਨੂੰ, ਤੌਰ ਤਰੀਕਿਆਂ ਨੂੰ ਜਿਸ ਦੇ ਨਾਲ ਇੱਕ ਸਮਾਜ ਦੇ ਵਿੱਚ ਲੋਕ ਇੱਕ ਦੂਸਰੇ ਨਾਲ ਇੱਕ ਸਹੀ ਢੰਗ ਦੇ ਵਿੱਚ, ਇੱਕ ਤਰਤੀਬ ਦੇ ਵਿੱਚ, ਇੱਕ ਲੋ ਐਂਡ ਆਰਡਰ ਦੇ ਵਿੱਚ ਰਹਿੰਦੇ ਨੇ, ਤਾਂ ਉਸ ਨੂੰ ਆਪਾਂ ਕਹਿੰਦੇ ਹਾਂ ਸਮਾਜੀਕਰਨ। ਤੇ ਉਹਨਾਂ ਹੀ ਰੂਲਸ ਨੂੰ ਆਪਣੇ ਅੰਦਰ ਵਸਾ ਲੈਣਾ, ਆਪਣੇ ਅੰਦਰ ਢਾਲ ਲੈਣਾ, ਆਪਣੇ ਅੰਦਰ ਆਤਮਸਾਤ ਕਰ ਲੈਣਾ, ਉਹਨਾਂ ਰੂਲਸ ਨੂੰ, ਉਹਨਾਂ ਸਕਿੱਲਸ ਨੂੰ, ਉਹਨਾਂ ਆਦਤਾਂ ਨੂੰ, ਉਹਨਾਂ ਕਸਟਮਸ ਨੂੰ, ਉਹਨਾਂ ਰੀਤੀ ਰਿਵਾਜਾਂ ਨੂੰ, ਉਹ ਸਾਰੇ ਤਰੀਕਿਆਂ ਨੂੰ ਜਦੋਂ ਇੱਕ ਵਿਅਕਤੀ ਆਪਣੇ ਅੰਦਰ ਆਤਮਸਾਤ ਕਰ ਲੈਂਦਾ ਤੇ ਉਹ ਸਮਾਜ ਦੇ ਰੰਗ ਵਿੱਚ ਰੰਗ ਜਾਂਦਾ, ਜਿਸ ਨੂੰ ਕਹਿੰਦੇ ਆ ਉਹਦਾ ਸਮਾਜੀਕਰਨ ਹੋ ਚੁੱਕਿਆ। ਯਾਨੀ ਕਿ ਉਹ ਸਮਾਜ ਦੇ ਬਣਾਏ ਹੋਏ ਨਿਯਮਾਂ ਦੇ ਮੁਤਾਬਿਕ ਜਦੋਂ ਚੱਲਦਾ, ਉਹਨਾਂ ਨਿਯਮਾਂ ਨੂੰ ਮੰਨਦਾ, ਉਹਨਾਂ ਨਿਯਮਾਂ ਨੂੰ ਆਤਮਸਾਤ ਕਰਦਾ ਤੇ ਉਹਨਾਂ ਨਿਯਮਾਂ ਦੇ ਮੁਤਾਬਿਕ ਸਮਾਜ ਦੇ ਵਿੱਚ ਆਪਣਾ ਕੰਟਰੀਬਿਊਸ਼ਨ ਦਿੰਦਾ। ਸੋ ਉਸ ਨੂੰ ਹੀ ਆਪਾਂ ਕਹਿੰਦੇ ਹਾਂ ਸਮਾਜੀਕਰਨ। ਤੇ ਇੱਕ ਬੱਚੇ ਦੇ ਵਿੱਚ ਜਦੋਂ ਇੱਕ ਬੱਚਾ ਜਨਮ ਲੈਂਦਾ ਤੇ ਜਦ ਤੱਕ ਉਹ ਬੜਾ ਹੁੰਦਾ ਉਹਦੇ ਵਿੱਚ ਹਰ ਇੱਕ ਤਰੀਕੇ ਨਾਲ, ਛੋਟੀਆਂ ਵੱਡੀਆਂ ਚੀਜ਼ਾਂ ਦੇ ਨਾਲ ਉਹਨਾਂ ਨੂੰ ਇਸ ਤਰ੍ਹਾਂ ਦੇ ਰੂਲਸ, ਤੌਰ ਤਰੀਕੇ, ਸਮਾਜ ਦੇ ਵਿੱਚ ਕਿਸ ਤਰ੍ਹਾਂ ਰਹਿਣਾ ਹੈ, ਸਮਾਜ ਦੇ ਕੀ ਕਸਟਮਸ ਨੇ, ਕੀ ਵੈਲਿਊਜ਼ ਨੇ, ਕੀ ਸੋਚ ਹੈ, ਕੀ ਸੱਭਿਆਚਾਰ ਹੈ, ਉਹ ਸਾਰੀਆਂ ਚੀਜ਼ਾਂ ਉਸਨੂੰ ਅਲੱਗ-ਅਲੱਗ ਤਰੀਕਿਆਂ ਨਾਲ, ਅਲੱਗ-ਅਲੱਗ ਢੰਗ ਨਾਲ ਸਿਖਾਈਆਂ ਜਾਂਦੀਆਂ ਨੇ, ਜਿਸ ਨੂੰ ਉਹ ਹੌਲੀ-ਹੌਲੀ ਆਪਣੇ ਅੰਦਰ ਆਤਮਸਾਤ ਕਰਦਾ ਜਾਂਦਾ ਹੈ। ਤੇ ਹੌਲੀ-ਹੌਲੀ ਉਹਦਾ ਜਦੋਂ ਸਮਾਜੀਕਰਨ ਪੂਰਾ ਹੋ ਜਾਂਦਾ ਤਾਂ ਉਹ ਵੀ ਸਮਾਜ ਦਾ ਇੱਕ ਵਧੀਆ ਨਾਗਰਿਕ ਜਿਹੜਾ ਬਣ ਕੇ ਨਿਕਲਦਾ, ਸਮਾਜ ਦੇ ਵਿੱਚ ਆਪਣਾ ਕੰਟਰੀਬਿਊਸ਼ਨ ਦਿੰਦਾ। ਸੋ ਇਸ ਨੂੰ ਕਹਿੰਦੇ ਆ ਜੀ ਸਮਾਜੀਕਰਨ ਜਾਂ ਸੋਸ਼ਲਾਈਜੇਸ਼ਨ ਪ੍ਰੋਸੈਸ। ਸਮਾਜ ਨੂੰ ਚਲਾਉਣ ਲਈ ਸਾਰੇ ਰੂਲਸ, ਨਿਯਮ ਜਿਹੜੇ ਨੇ ਇਹ ਸਾਰੇ ਜ਼ਰੂਰੀ ਨੇ, ਅਦਰਵਾਈਜ਼ ਕੋਈ ਵੀ ਆਪਣੇ ਹੀ ਢੰਗ ਨਾਲ ਆਪਣਾ ਕੰਮ ਕਰਦਾ ਰਹੇਗਾ, ਕੋਈ ਸਹੀ ਜਾਂ ਕੁਝ ਗਲਤ ਨਹੀਂ ਹੋਏਗਾ। ਹਰ ਕੋਈ ਜਿਸ ਨੂੰ ਜੋ ਸਹੀ ਲੱਗਦਾ ਉਹ ਕਰਦਾ ਰਹੇਗਾ, ਜਿਸ ਨਾਲ ਕੀ ਹੁੰਦਾ ਕਿ ਅਗਰ ਕਿਸੇ ਨੂੰ ਲੱਗਦਾ ਕਿ ਇਹ ਕੰਮ ਕਰਨਾ ਮੇਰਾ ਰਾਈਟ ਹੈ, ਅਗਰ ਰੂਲਸ ਨਾ ਹੋਣ, ਅਗਰ ਲੋ ਨਾ ਹੋਵੇ, ਅਗਰ ਨਿਯਮ ਨਾ ਹੋਣ, ਕਾਨੂੰਨ ਨਾ ਹੋਵੇ, ਤਾਂ ਕੀ ਹੁੰਦਾ ਹੈ, ਤਾਂ ਇੱਕ ਬੰਦਾ ਆਪਣੇ ਰਾਈਟਸ ਨੂੰ ਫੁਲਫਿਲ ਕਰਨ ਲਈ ਦੂਸਰੇ ਦੇ ਫੰਡਾਮੈਂਟਲ ਰਾਈਟਸ ਨੂੰ ਹਾਰਮ ਕਰਦਾ। ਉਹ ਚੀਜ਼ ਜਿਹੜੀ ਨਹੀਂ ਹੋਣੀ ਚਾਹੀਦੀ। ਹਰ ਇੱਕ ਦਾ ਜਿਹੜਾ ਰਾਈਟ ਹੈ ਉਹ ਬਚਿਆ ਹੋਣਾ ਚਾਹੀਦਾ। ਸੋ ਇੱਕ ਸਹੀ ਢੰਗ ਦੇ ਨਾਲ, ਸਹੀ ਤਰਤੀਬ ਦੇ ਵਿੱਚ ਸਮਾਜ ਚਲਾਉਣ ਲਈ, ਦੇਸ਼ ਚਲਾਉਣ ਲਈ, ਇੱਕ ਸਮਾਜੀਕਰਨ ਲਈ ਜਿਹੜੇ ਰੂਲਸ ਰੈਗੂਲੇਸ਼ਨਸ ਆ ਉਹ ਜ਼ਰੂਰੀ ਹੁੰਦੇ ਨੇ। ਸੋ ਉਹੀ ਜਿਹੜੇ ਇੱਕ ਬੱਚੇ ਦੇ ਵਿੱਚ ਜਦੋਂ ਆਪਾਂ ਉਹਨੂੰ ਦੱਸਦੇ ਹਾਂ, ਉਹਦੇ ਵਿੱਚ ਪਾਉਂਦੇ ਹਾਂ, ਉਹ ਉਸ ਚੀਜ਼ ਨੂੰ ਆਤਮਸਾਤ ਕਰਦਾ, ਉਸੇ ਚੀਜ਼ ਨੂੰ ਕਹਿੰਦੇ ਆ ਸੋਸ਼ਲਾਈਜੇਸ਼ਨ ਦਾ ਪ੍ਰੋਸੈਸ। ਸੋ ਇਸ ਪੂਰੀ ਵੀਡੀਓ ਦੇ ਵਿੱਚ ਆਪਾਂ ਦੇਖਾਂਗੇ ਇੱਕ ਬੱਚੇ ਦਾ ਸੋਸ਼ਲਾਈਜੇਸ਼ਨ ਪ੍ਰੋਸੈਸ ਯਾਨੀ ਕਿ ਉਸਦਾ ਸਮਾਜੀਕਰਨ ਕਿਸ ਤਰ੍ਹਾਂ ਹੁੰਦਾ ਤੇ ਉਹਦੇ ਵਿੱਚ ਕੌਣ-ਕੌਣ ਜਿਹੜਾ ਆਪਣਾ ਰੋਲ ਪਲੇ ਕਰਦਾ। ਸੋ ਤੁਸੀਂ ਇੱਕ ਵਾਰ ਇੱਥੇ ਮੀਨਿੰਗ ਜਿਹੜਾ ਦੇਖ ਸਕਦੇ ਹੋ ਜਾਂ ਇਸ ਨੂੰ ਨੋਟ ਕਰ ਸਕਦੇ ਹੋ। ਸੋਸ਼ਲਾਈਜੇਸ਼ਨ ਇਜ਼ ਅ ਟਰਮ ਯੂਜ਼ਡ ਬਾਈ ਸਕੋਲਰਸ ਟੂ ਰੈਫਰ ਦਾ ਲਾਈਫ ਲੌਂਗ ਪ੍ਰੋਸੈਸ। ਇਹ ਸਮਾਜੀਕਰਨ ਦਾ ਜਿਹੜਾ ਪ੍ਰੋਸੈਸ ਹੈ ਜੀ, ਕੋਈ ਇਹ ਨਹੀਂ ਹੈ ਕਿ ਇੱਕ ਸਟੇਜ ਤੋਂ ਸ਼ੁਰੂ ਹੋ ਕੇ ਦੂਸਰੇ ਸਟੇਜ ਤੇ ਖਤਮ ਹੋ ਗਿਆ। ਲਾਈਫ ਲੌਂਗ ਪ੍ਰੋਸੈਸ ਹੈ, ਯਾਨੀ ਕਿ ਪੂਰੀ ਉਮਰ ਹੀ ਚੱਲਦਾ ਰਹਿੰਦਾ। ਆਫ ਇਨਹੈਰਿਟਿੰਗ ਐਂਡ ਪਾਸਿੰਗ ਆਫ ਨੋਰਮਸ, customs, values, ideologies by providing an individual with the skills and habit necessary for participating within its own society। तो सोसाइटी ਦੇ ਵਿੱਚ ਪਾਰਟਿਸਿਪੇਟ ਕਰਨ ਲਈ ਜਿਹੜੇ ਕਸਟਮਸ ਨੇ, ਨੋਰਮਸ ਨੇ, ਵੈਲਿਊਜ਼ ਨੇ, ਜੋ ਆਈਡੀਓਲੋਜੀ ਹੈ ਯਾਨੀ ਕਿ ਜੋ ਸੋਚ ਹੈ ਇੱਕ, ਉਹ ਇੱਕ ਪੀੜ੍ਹੀ ਤੋਂ ਦੂਸਰੀ ਪੀੜ੍ਹੀ ਦੇ ਵਿੱਚ ਜਦੋਂ ਟ੍ਰਾਂਸਫਰ ਕੀਤੀ ਜਾਂਦੀ ਹੈ, ਪਾਸ ਕੀਤੀ ਜਾਂਦੀ ਹੈ ਵਿਦ ਸਕਿੱਲਸ ਐਂਡ ਹੈਬਿਟਸ, ਉਸੇ ਨੂੰ ਕਹਿੰਦੇ ਆ ਜੀ ਸਮਾਜੀਕਰਨ। ਇਟ ਇਜ਼ ਪ੍ਰੋਸੈਸ ਬਾਈ ਵਿਚ ਚਿਲਡਰਨ ਐਂਡ ਅਡਲਟਸ ਲਰਨ ਫਰੋਮ ਅਦਰਸ, ਜਿਸ ਦੇ ਵਿੱਚ ਬੱਚੇ, ਦੂਸਰੇ ਲੋਕ ਆਪਣੇ ਵੱਡਿਆਂ ਤੋਂ, ਦੂਸਰੇ ਲੋਕਾਂ ਤੋਂ ਸਿੱਖਦੇ ਨੇ। Learning from others start from the earliest days of life and majority of people continue social learning throughout their lives। ਤਾਂ ਬਹੁਤ ਹੀ ਛੋਟੀ ਸਟੇਜ ਦੇ ਵਿੱਚ ਯਾਨੀ ਕਿ ਤੁਹਾਡੀ ਜਦੋਂ ਇੱਕ ਬੱਚਾ ਜਨਮ ਲੈਂਦਾ ਉਦੋਂ ਤੋਂ ਲੈ ਕੇ ਹੀ ਇਹ ਚੀਜ਼ ਜਿਹੜੀ ਸ਼ੁਰੂ ਹੋ ਜਾਂਦੀ ਹੈ ਤੇ ਥਰੂ ਆਊਟ ਲਾਈਫ ਜਿਹੜੀ ਚੱਲਦੀ ਰਹਿੰਦੀ ਹੈ। ਤਾਂ ਸਮਾਜੀਕਰਨ ਜਿਹੜਾ ਉਹ ਥਰੂ ਆਊਟ ਲਾਈਫ ਚੱਲਦਾ ਹੈ, ਇਹ ਚੀਜ਼ ਤੁਸੀਂ ਯਾਦ ਰੱਖਿਓ। However, some of the most important socialization occurs in the infanthood and childhood. The child performs its unique and effective role in society when it's appropriately socialized। तो ਜਦੋਂ ਇੱਕ ਵਿਅਕਤੀ ਅੱਛੀ ਤਰੀਕੇ ਨਾਲ ਉਸਦਾ ਸਮਾਜੀਕਰਨ ਹੋ ਜਾਂਦਾ ਹੈ, ਉਹ ਸੋਸ਼ਲਾਈਜ਼ਡ ਹੋ ਜਾਂਦਾ ਹੈ, ਤਾਂ ਸੋਸਾਇਟੀ ਦੇ ਵਿੱਚ ਆਪਣਾ ਇੱਕ ਯੂਨੀਕ ਰੋਲ ਜਿਹੜਾ ਪਲੇ ਕਰਦਾ ਹੈ। ਲੇਕਿਨ ਇੱਕ ਛੋਟੇ ਬੱਚੇ ਦੇ ਵਿੱਚ ਹੀ ਇਹ ਜਿਹੜੀ ਚੀਜ਼ ਹੈ ਸ਼ੁਰੂ ਹੋ ਜਾਂਦੀ ਹੈ ਸਮਾਜੀਕਰਨ ਲਈ।
ਇੱਕ ਸਹੀ ਸਮਾਜੀਕਰਨ ਲਈ ਉਸਨੂੰ ਜਿਹੜੇ ਰੂਲਸ ਹੈ, ਨੋਰਮਸ ਹੈ, ਕਸਟਮਸ ਹੈ, ਵੈਲਿਊਜ਼ ਹੈ, ਆਈਡੀਓਲੋਜੀ ਹੈ, ਉਹ ਸਾਰੀ ਪਾਸ ਕੀਤੀ ਜਾਂਦੀ ਹੈ, ਜਿਸ ਦੇ ਵਿੱਚ ਉਹ ਆਪਣੇ ਵੱਡਿਆਂ ਤੋਂ, ਦੂਸਰੇ ਲੋਕਾਂ ਤੋਂ ਸਿੱਖਦਾ ਹੈ ਤੇ ਜਿਵੇਂ ਜਿਵੇਂ ਉਸਦੀ ਸਮਾਜੀਕਰਨ ਉਸਦਾ ਹੁੰਦਾ ਜਾਂਦਾ ਹੈ, ਉਵੇਂ ਉਵੇਂ ਉਹ ਸੁਸਾਇਟੀ ਦੇ ਵਿੱਚ ਆਪਣਾ ਇੱਕ ਵਧੀਆ ਯੂਨੀਕ ਰੋਲ ਜਿਹੜਾ ਉਹ ਪਲੇ ਕਰਦਾ ਜਾਂਦਾ ਹੈ। ਸੋ ਸੋਸ਼ਲਾਈਜੇਸ਼ਨ ਦੀ ਜਿਹੜੀ ਪ੍ਰੋਸੈਸ ਹੈ ਇਨਫੈਂਟਹੁੱਡ ਜਾਂ ਚਾਈਲਡਹੁੱਡ ਦੇ ਵਿੱਚ ਵੀ ਸ਼ੁਰੂ ਹੋ ਜਾਂਦੀ ਹੈ ਤੇ ਲਾਈਫ ਲੌਂਗ ਜਿਹੜੀ ਹੈ ਪ੍ਰੋਸੈਸ ਚੱਲਦੀ ਰਹਿੰਦੀ ਹੈ। ਕਰ ਲੈਣੇ ਜੀ ਟਾਈਪਸ ਆਫ ਸੋਸ਼ਲਾਈਜੇਸ਼ਨ ਤੇ ਮੋਸਟਲੀ ਕੁਐਸਚਨ ਜਿਹੜੇ ਇੱਥੋਂ ਹੀ ਪੁੱਛੇ ਜਾਂਦੇ ਆ ਔਰ ਇੱਕ ਅੱਧਾ ਕੁਐਸਚਨ ਪੀਐਸਟੈਟ ਦੇ ਵਿੱਚ ਇਸ ਦੇ ਰਿਗਾਰਡਿੰਗ ਜ਼ਰੂਰ ਦੇਖਣ ਨੂੰ ਮਿਲਦਾ ਹੈ। ਸੋਸ਼ਲਾਈਜੇਸ਼ਨ ਜਿਹੜੇ ਦੋ ਤਰ੍ਹਾਂ ਦੀ ਹੁੰਦੀ ਹੈ, ਇੱਕ ਹੈ ਪ੍ਰਾਇਮਰੀ, ਦੂਸਰੀ ਹੈ ਸੈਕੰਡਰੀ। ਇਟ ਸੈਟਸ ਗਰਾਊਂਡ ਵਰਕ ਫॉर ऑल ਫਿਊਚਰ ਸੋਸ਼ਲਾਈਜੇਸ਼ਨ। ਆਉਣ ਵਾਲੇ ਸਮੇਂ ਵਿੱਚ ਇੱਕ ਵਿਅਕਤੀ ਦੀ ਜਿੰਨੀ ਵੀ ਸੋਸ਼ਲਾਈਜੇਸ਼ਨ ਹੋਣੀ ਹੈ ਉਸ ਲਈ ਗਰਾਊਂਡ ਵਰਕ ਜਿਹੜਾ ਉਹ ਪ੍ਰਾਇਮਰੀ ਐਜੂਕੇਸ਼ਨ, ਪ੍ਰਾਇਮਰੀ ਸੋਸ਼ਲਾਈਜੇਸ਼ਨ ਜਿਹੜੀ ਸੈੱਟ ਕਰਦੀ ਹੈ। ਪ੍ਰਾਇਮਰੀ ਤੋਂ ਮਤਲਬ ਹੈ ਜਦੋਂ ਇੱਕ ਬੱਚਾ ਜਦੋਂ ਜਨਮ ਲੈਂਦਾ ਹੈ ਤਾਂ ਉਸਦਾ ਸਭ ਤੋਂ ਪਹਿਲਾਂ ਉਸਦਾ ਸਮਾਜ ਜਿਹੜਾ ਹੈ ਉਹ ਉਸਦਾ ਪਰਿਵਾਰ ਹੁੰਦਾ ਹੈ, ਉਸਦੀ ਫੈਮਿਲੀ ਹੁੰਦੀ ਹੈ ਜਿਸ ਤੋਂ ਸਾਰੀਆਂ ਚੀਜ਼ਾਂ ਸਿੱਖਦਾ ਹੈ। ਸੋ ਜੋ ਉਸਨੂੰ ਆਪਣੇ ਫੈਮਿਲੀ ਤੋਂ, ਆਪਣੇ ਬਿਲਕੁਲ ਨੇੜੇ ਦੇ ਜਿਹੜੇ ਸਮਾਜ ਤੋਂ, ਜੋ ਉਸਦਾ ਪਰਿਵਾਰ ਹੋ ਗਿਆ ਜਾਂ ਆਂਢ ਗੁਆਂਢ ਹੋ ਗਿਆ, ਉੱਥੋਂ ਜਿੰਨੀ ਵੀ ਉਹ ਚੀਜ਼ ਜਿਹੜੀ ਸਿੱਖਦਾ ਹੈ ਉਸਨੂੰ ਹੀ ਪ੍ਰਾਇਮਰੀ ਸੋਸ਼ਲਾਈਜੇਸ਼ਨ ਕਹਿੰਦੇ ਆ। ਅਕਸਰ ਕੁਐਸਚਨ ਜਿਹੜਾ ਪੀਐਸਟੈਟ ਦੇ ਵਿੱਚ ਇੱਦਾਂ ਹੁੰਦਾ ਕਿ ਪ੍ਰਾਇਮਰੀ ਸੋਸ਼ਲਾਈਜੇਸ਼ਨ ਦੇ ਵਿੱਚ ਏਜੰਟਸ ਕਿਹੜੇ ਆਉਂਦੇ ਨੇ। ਸੋ ਸਭ ਤੋਂ ਪਹਿਲੇ ਜਿਹੜੇ ਉਹਦੇ ਨੇੜੇ ਦੇ ਏਜੰਟਸ ਹੁੰਦੇ ਨੇ ਉਹ ਫੈਮਿਲੀ ਹੁੰਦੀ ਹੈ। ਸੋ ਫੈਮਿਲੀ ਹੀ ਉਸਦਾ ਪ੍ਰਾਇਮਰੀ ਸੋਸ਼ਲਾਈਜੇਸ਼ਨ ਦਾ ਜਿਹੜਾ ਸੋਰਸ ਹੁੰਦਾ। ਇਟ ਇਜ਼ ਇਨਫਲੂਐਂਸ ਮੋਸਟ ਬਾਈ ਇਮੀਡੀਏਟ ਫੈਮਿਲੀ ਐਂਡ ਫਰੈਂਡਸ। ਸੋ ਬਿਲਕੁਲ ਜਿਹੜੇ ਉਹਦੇ ਆਸ-ਪਾਸ ਜਿਹੜੇ ਲੋਕ ਹੁੰਦੇ ਨੇ, ਉਸਦਾ ਪਰਿਵਾਰ ਹੋ ਗਿਆ ਜਾਂ ਆਂਢ ਗੁਆਂਢ ਹੋ ਗਿਆ ਜਾਂ ਆਂਢ ਗੁਆਂਢ ਦੇ ਜਿਹੜੇ ਉਹਦੇ ਫਰੈਂਡਸ ਹੋ ਗਏ, ਤਾਂ ਉਹ ਸਾਰੀ ਚੀਜ਼ਾਂ ਉਹਨਾਂ ਸਾਰੇ ਲੋਕਾਂ ਤੋਂ ਹੀ ਉਹ ਸੋਸ਼ਲਾਈਜੇਸ਼ਨ ਦਾ ਪ੍ਰੋਸੈਸ ਪ੍ਰਾਇਮਰੀ ਲੈਵਲ 'ਤੇ ਸਿੱਖਦਾ ਤੇ ਇਹੀ ਇੱਕ ਜਿਹੜਾ ਬੇਸ ਸੈੱਟ ਕਰਦਾ ਅੱਗੇ ਜਿਹੜੀ ਹੋਣ ਵਾਲੀ ਉਹਦੀ ਸੋਸ਼ਲਾਈਜੇਸ਼ਨ ਹੈ ਸੈਕੰਡਰੀ ਲੈਵਲ 'ਤੇ, ਤਾਂ ਉਸ ਚੀਜ਼ ਦਾ ਬੇਸ ਜਿਹੜਾ ਇਹ ਪ੍ਰਾਇਮਰੀ ਲੈਵਲ ਹੀ ਸੈੱਟ ਕਰਦਾ। Second is secondary socialization. Secondary ਕੀ ਹੈ ਕਿ it is the process of learning the appropriate behavior as a member of a smaller group within a large society. ਸੋ ਹੁਣ ਆਪਣੇ ਪਰਿਵਾਰ ਦੇ ਵਿੱਚੋਂ ਬਾਹਰ ਨਿਕਲਦਾ, ਇੱਕ ਬੜੀ ਸੁਸਾਇਟੀ ਦੇ ਵਿੱਚੋਂ ਇੱਕ ਛੋਟੇ ਗਰੁੱਪ ਜਿਸ ਨਾਲ ਇੰਟਰੈਕਟ ਕਰਦਾ, ਤਾਂ ਉੱਥੇ ਜਿਹੜੀ ਉਹਦੀ ਸੋਸ਼ਲਾਈਜੇਸ਼ਨ ਹੁੰਦੀ ਹੈ ਉਸਨੂੰ ਆਪਾਂ ਸੈਕੰਡਰੀ ਸੋਰਸ ਕਹਿੰਦੇ ਹਾਂ। ਸੈਕੰਡਰੀ ਸੋਰਸ ਹੁੰਦਾ ਜਿਹੜਾ ਉਸ ਤੋਂ ਘਰ ਤੋਂ ਬਾਹਰ ਉਸਦਾ ਸੋਸ਼ਲਾਈਜੇਸ਼ਨ ਦਾ ਸੋਰਸ ਹੁੰਦਾ, ਜਿਸ ਦੇ ਵਿੱਚ ਸਕੂਲ ਕਾਲਜ ਜਿਹੜਾ ਉਹ ਆ ਜਾਂਦਾ। ਸੋ ਇੱਥੇ ਵੀ ਕੁਐਸਚਨ ਆ ਸਕਦਾ ਹੈ ਕਿ ਸੈਕੰਡਰੀ ਸੋਰਸ ਕਿਹੜਾ ਹੈ ਸੋਸ਼ਲਾਈਜੇਸ਼ਨ ਦਾ, ਤਾਂ ਆਪਸ਼ਨਸ ਦੇ ਵਿੱਚੋਂ ਤੁਸੀਂ ਸਕੂਲ ਕਾਲਜ ਜਿਹੜਾ ਉਹ ਚੂਜ਼ ਕਰਨਾ ਹੈ। ਅਗਰ ਪ੍ਰਾਇਮਰੀ ਦੀ ਗੱਲ ਹੋ ਰਹੀ ਹੈ ਤਾਂ ਫੈਮਿਲੀ ਐਂਡ ਫਰੈਂਡਸ ਜਿਹੜਾ ਉਹ ਆਏਗਾ। ਸੋ ਇੱਥੇ ਕੁਐਸਚਨ ਜ਼ਰੂਰ ਆ ਜਾਂਦਾ ਹੈ, ਇਸ ਚੀਜ਼ ਨੂੰ ਧਿਆਨ ਰੱਖਿਓ। ਆਪਾਂ ਗੱਲ ਕਰਦੇ ਹਾਂ ਫੈਕਟਰਸ ਇਨਫਲੂਐਂਸਿੰਗ ਸੋਸ਼ਲਾਈਜੇਸ਼ਨ। ਸੋਸ਼ਲਾਈਜੇਸ਼ਨ ਨੂੰ ਕਿਹੜੇ ਫੈਕਟਰਸ ਇਨਫਲੂਐਂਸ ਕਰਦੇ ਆ? ਸਭ ਤੋਂ ਪਹਿਲਾਂ ਆ ਜਾਂਦਾ ਜੀ ਸੋਸ਼ਲ ਇੰਟਰੈਕਸ਼ਨਸ। ਸੋਸ਼ਲ ਇੰਟਰੈਕਸ਼ਨ ਜਿੰਨੀ ਜ਼ਿਆਦਾ ਉਹ ਦੂਸਰਿਆਂ ਨਾਲ ਇੰਟਰੈਕਸ਼ਨ ਕਰਦਾ ਹੈ, ਚਾਹੇ ਪਹਿਲਾਂ ਉਹ ਫੈਮਿਲੀ ਨਾਲ ਕਰੇ, ਫਿਰ ਨੇਬਰਹੁੱਡ ਨਾਲ ਕਰੇ, ਸਕੂਲ ਦੇ ਵਿੱਚ ਜਾ ਕੇ ਟੀਚਰਸ, ਫਰੈਂਡਸ ਨਾਲ, ਉਹ ਆਪਣਾ ਕਲਾਸਮੇਟਸ ਦੇ ਨਾਲ, ਕਮਿਊਨਿਟੀ ਦੇ ਨਾਲ ਜਿਵੇਂ ਜਿਵੇਂ ਇੰਟਰੈਕਸ਼ਨ ਕਰਦਾ ਜਾਂਦਾ ਉਵੇਂ ਉਹਦੀ ਜਿਹੜੀ ਸਾਈਕੋਲੋਜੀਕਲ ਪ੍ਰੋਸੈਸ ਹੈ ਉਹ ਹੋਰ ਜ਼ਿਆਦਾ ਔਰਗੇਨਾਈਜ਼ ਹੁੰਦੀ ਜਾਂਦੀ ਹੈ, ਹੋਰ ਜ਼ਿਆਦਾ ਉਹਦਾ ਸੋਸ਼ਲਾਈਜੇਸ਼ਨ, ਸਮਾਜੀਕਰਨ ਜਿਹੜਾ ਹੋਰ ਵਧੀਆ ਢੰਗ ਨਾਲ ਹੁੰਦਾ ਜਾਂਦਾ। ਜਿਵੇਂ ਦੂਸਰਿਆਂ ਨੂੰ ਦੇਖਦਾ ਤਾਂ ਦੂਸਰਿਆਂ ਨੂੰ ਇਮੀਟੇਟ ਕਰਦਾ, ਯਾਨੀ ਕਿ ਅਨੁਕਰਨ ਕਰਦਾ ਕਿ ਦੂਸਰੇ ਲੋਕ ਕਿਸੇ ਕੰਮ ਨੂੰ ਕਿਸ ਤਰ੍ਹਾਂ ਕਰ ਰਹੇ ਨੇ, ਕਿਸ ਤਰ੍ਹਾਂ ਉੱਠਣਾ, ਬੈਠਣਾ, ਕਿੱਥੇ ਕਿਸ ਤਰ੍ਹਾਂ ਜਾਣਾ ਹੈ, ਖੜਨਾ, ਤਾਂ ਹਰ ਇੱਕ ਚੀਜ਼ ਜਿਹੜੀ ਆ ਦੂਸਰੇ ਨੂੰ ਅਨੁਕਰਨ ਕਰਕੇ ਉਹਨਾਂ ਤੋਂ ਸਿੱਖਦਾ ਹੈ। ਦੂਸਰਿਆਂ ਦੇ ਸੁਜੈਸ਼ਨ ਤੋਂ ਜਦੋਂ ਸਕੂਲ ਦੇ ਵਿੱਚ ਜਾਂਦਾ ਹੈ ਜਾਂ ਆਪਣੇ ਪੇਰੈਂਟਸ ਤੋਂ ਜਿਸ ਵੀ ਕਿਸੇ ਕੰਮ ਨੂੰ ਕਰਨ ਲਈ ਕੋਈ ਸੁਜੈਸ਼ਨ ਉਸਨੂੰ ਮਿਲਦੀ ਹੈ ਕਿ ਇਹ ਚੀਜ਼ ਇਸ ਤਰ੍ਹਾਂ ਕਰਨੀ ਹੈ, ਤਾਂ ਉਹ ਸੁਜੈਸ਼ਨ ਤੋਂ ਸਿੱਖਦਾ। ਜਿਵੇਂ ਉਸ ਆਪਣੇ ਵੱਡਿਆਂ ਤੋਂ ਜਾਂ ਹੋਰ ਲੋਕਾਂ ਤੋਂ ਸੁਜੈਸ਼ਨ ਮਿਲਦੀ ਜਾਂਦੀ ਹੈ, ਉਸ ਤਰ੍ਹਾਂ ਉਹ ਆਪਣੇ ਬਿਹੇਵੀਅਰ ਦੇ ਵਿੱਚ ਚੇਂਜਸ ਕਰਕੇ ਆਪਣੇ ਬਿਹੇਵੀਅਰ ਨੂੰ ਹੋਰ ਜ਼ਿਆਦਾ ਆਰਗੇਨਾਈਜ਼ ਕਰ ਲੈਂਦਾ ਹੈ। ਉਸ ਤੋਂ ਬਾਅਦ ਆ ਜਾਂਦਾ ਆਈਡੈਂਟੀਫਿਕੇਸ਼ਨ, ਯਾਨੀ ਕਿ ਪਛਾਣ। ਕਿਉਂਕਿ ਜਦੋਂ ਛੋਟਾ ਬੱਚਾ ਹੁੰਦਾ ਉਹ ਜਦੋਂ ਜਿੰਨੀਆਂ ਵੀ ਕਿਰਿਆਵਾਂ ਉਹ ਸਾਰੀਆਂ ਕਰਦਾ, ਉਹ ਸਾਰੀਆਂ ਉਸਦੀ ਬੇਤਰਤੀਬ ਕਿਰਿਆਵਾਂ ਹੁੰਦੀਆਂ ਨੇ, ਅਨਕੌਂਸ਼ੀਅਸ ਤਰੀਕੇ ਨਾਲ ਉਸਦੀ ਕੁਦਰਤੀ ਜਿਹੜੀ ਕਿਰਿਆਵਾਂ ਉਹ ਕਰਦਾ ਹੈ। ਲੇਕਿਨ ਜਿਵੇਂ ਜਿਵੇਂ ਬੱਚਾ ਵੱਡਾ ਹੁੰਦਾ ਜਾਂਦਾ ਉਸਨੂੰ ਚੀਜ਼ਾਂ ਦੇ ਸੁਭਾਅ ਬਾਰੇ ਪਤਾ ਚੱਲਦਾ ਜਾਂਦਾ ਹੈ। ਇਹ ਜਿਹੜੀਆਂ ਚੀਜ਼ਾਂ ਨੇ ਉਹ ਉਸਦੀ ਪਛਾਣ ਦਾ ਵਿਸ਼ਾ ਬਣ ਜਾਂਦੀਆਂ ਨੇ, ਜਿਵੇਂ ਮਦਰ, ਖਿਡੌਣਾ, ਕੋਈ ਤਸਵੀਰ, ਇਹਨਾਂ ਸਾਰੀ ਚੀਜ਼ਾਂ ਨਾਲ ਉਹ ਹੋਰ ਜ਼ਿਆਦਾ ਸਮਾਜਿਕ ਬਣਦਾ ਜਾਂਦਾ ਹੈ। ਅੱਗੇ ਆ ਜਾਂਦਾ ਜੀ ਲੈਂਗੁਏਜ। ਭਾਸ਼ਾ ਇੱਕ ਸਭ ਤੋਂ ਵਧੀਆ ਔਰ ਵੱਡਾ ਤਰੀਕਾ ਇਸ ਦੇ ਰਾਹੀਂ ਇੱਕ ਬੱਚਾ ਜਿਹੜਾ ਉਸਦੇ ਵਿੱਚ ਇੱਕ ਬੱਚਾ ਸਮਾਜਿਕ ਬਣਦਾ ਹੈ, ਉਸਦੇ ਵਿੱਚ ਸਮਾਜੀਕਰਨ ਦਾ ਪ੍ਰੋਸੈਸ ਹੁੰਦਾ ਹੈ। ਕਿਉਂਕਿ ਭਾਸ਼ਾ ਇੱਕ ਚੀਜ਼ ਹੈ ਜਿਸ ਦੇ ਥਰੂ ਇੱਕ ਪੀੜ੍ਹੀ ਤੋਂ ਦੂਸਰੀ ਪੀੜ੍ਹੀ ਤੱਕ ਸੱਭਿਆਚਾਰ, ਉਸਦੇ ਰੂਲਸ, ਉਸਦੀ ਸੋਚ ਜਿਹੜੀ ਆ ਉਹ ਟਰਾਂਸਫਰ ਹੁੰਦੀ ਹੈ, ਪਾਸ ਕੀਤੀ ਜਾਂਦੀ ਹੈ। ਸੋ ਭਾਸ਼ਾ ਹੀ ਇੱਕ ਸਾਧਨ ਬਣਦਾ। ਆਪਾਂ ਭਾਸ਼ਾ ਦੀ ਡੈਫੀਨੇਸ਼ਨ ਦੇ ਵਿੱਚ ਵੀ ਇਹੀ ਕਰਦੇ ਹਾਂ ਕਿ ਵਿਚਾਰਾਂ ਦਾ ਆਦਾਨ ਪ੍ਰਦਾਨ ਕਰਨ ਦਾ ਸਾਧਨ ਹੀ ਭਾਸ਼ਾ ਹੈ। ਲੇਕਿਨ ਜਦੋਂ ਬੱਚਾ ਛੋਟਾ ਹੁੰਦਾ ਤਾਂ ਕੁਝ ਸਿਲੇਬਲਸ ਜਿਹੜੇ ਆ, ਕੁਝ ਵਰਡਸ ਜਿਹੜੇ ਆ ਉਹ ਦੁਹਰਾਉਂਦਾ, ਜੋ ਰੈਂਡਮ ਵਰਡਸ ਹੁੰਦੇ ਨੇ, ਲੇਕਿਨ ਹੌਲੀ ਹੌਲੀ ਇੱਦਾਂ ਹੀ ਕੁਝ ਨਾ ਕੁਝ ਵਰਡ ਦੁਹਰਾਉਂਦਾ, ਵੱਡਿਆਂ ਤੋਂ ਉਹ ਇਮੀਟੇਟ ਕਰਦਾ, ਅਨੁਕਰਨ ਕਰਦਾ, ਉਹ ਇੱਕ ਦਿਨ ਆਪਣੀ ਜਿਹੜੀ ਮਦਰ ਟੰਗ ਹੈ ਉਸਦੀ ਜੋ ਮਾਤ ਭਾਸ਼ਾ ਉਹ ਸਿੱਖ ਜਾਂਦਾ ਅਤੇ ਇਸ ਦੇ ਨਾਲ ਹੀ ਸੱਭਿਆਚਾਰ ਦਾ ਜਿਹੜਾ ਉਹ ਇੱਕ ਪੀੜ੍ਹੀ ਤੋਂ ਦੂਸਰੀ ਪੀੜ੍ਹੀ ਤੱਕ ਉਸਦੇ ਪਾਸ ਸੱਭਿਆਚਾਰ, ਸੋਚ, ਸਮਾਜੀਕਰਨ ਦੇ ਰੂਲਸ, ਵੈਲਿਊਜ਼, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਇੱਕ ਪੀੜ੍ਹੀ ਤੋਂ ਦੂਸਰੀ ਪੀੜ੍ਹੀ ਤੱਕ ਪਾਸ ਔਨ ਹੁੰਦੀਆਂ ਜਾਂਦੀਆਂ ਨੇ। ਸੋ ਲੈਂਗੁਏਜ ਯਾਨੀ ਕਿ ਭਾਸ਼ਾ ਇਸ ਦੇ ਵਿੱਚ ਇੱਕ ਬਹੁਤ ਵੱਡਾ ਰੋਲ ਪਲੇ ਕਰਦੀ ਹੈ। ਇਹ ਤਾਂ ਹੋ ਗਏ ਜੀ ਉਹ ਫੈਕਟਰਸ ਜਿਹੜੇ ਇਨਫਲੂਐਂਸ ਕਰਦੇ ਨੇ ਸੋਸ਼ਲਾਈਜੇਸ਼ਨ ਨੂੰ। ਹੁਣ ਆਪਾਂ ਗੱਲ ਕਰਦੇ ਹਾਂ ਏਜੰਟਸ ਆਫ ਸੋਸ਼ਲਾਈਜੇਸ਼ਨ ਦੀ, ਯਾਨੀ ਕਿ ਸਮਾਜੀਕਰਨ ਦੇ ਵਿੱਚ ਜਿਹੜੀਆਂ ਉਹ ਚੀਜ਼ਾਂ ਨੇ ਜਿਹੜਾ ਆਪਣਾ ਰੋਲ ਪਲੇ ਕਰਦੀਆਂ ਨੇ। ਆ ਜਾਂਦਾ ਜੀ ਫੈਮਿਲੀ, ਯਾਨੀ ਕਿ ਪਰਿਵਾਰ। ਪਰਿਵਾਰ ਜਿਹੜਾ ਸਭ ਤੋਂ ਪਹਿਲਾਂ ਪਾਰਟ ਆ ਜਾਂਦਾ, ਏਜੰਟ ਆ ਜਾਂਦਾ ਜੋ ਸੋਸ਼ਲਾਈਜੇਸ਼ਨ ਦੇ ਵਿੱਚ। ਕਿਉਂਕਿ ਇੱਕ ਬੱਚਾ ਜਦੋਂ ਜਨਮ ਲੈਂਦਾ ਉਹਦੇ ਵਿੱਚ ਉਹਦਾ ਸਭ ਤੋਂ ਪਹਿਲਾਂ ਜਿਹੜਾ ਉਹਦਾ ਸਮਾਜ ਹੈ, ਜਿਵੇਂ ਆਪਾਂ ਕਹਿੰਦੇ ਸਮਾਜ ਦਾ ਸਭ ਤੋਂ ਛੋਟਾ ਰੂਪ ਜਿਹੜਾ ਉਹ ਪਰਿਵਾਰ ਹੈ, ਉਸਦੇ ਆਲੇ ਦੁਆਲੇ ਉਸਦਾ ਪਰਿਵਾਰ ਹੀ ਹੁੰਦਾ ਹੈ। ਘਰ ਬੱਚੇ ਦਾ ਸਭ ਤੋਂ ਪਹਿਲਾਂ ਸਕੂਲ ਹੁੰਦਾ। ਬੱਚਾ ਜਨਮ ਲੈਣ ਤੋਂ ਬਾਅਦ ਹਰ ਇੱਕ ਚੀਜ਼ ਜਿਹੜੀ ਹੈ ਸਭ ਤੋਂ ਪਹਿਲਾਂ ਆਪਣੇ ਪਰਿਵਾਰ ਵਿੱਚ ਹੀ ਸਿੱਖਦਾ ਹੈ।
ਡਿਵੈਲਪਮੈਂਟ ਆਫ ਸੋਸ਼ਲ ਕੁਆਲਿਟੀਜ਼, ਬੱਚਾ ਪਰਿਵਾਰ ਵਿੱਚ ਪੈਦਾ ਹੁੰਦਾ ਤੇ ਸਮਾਜਿਕ ਗੁਣਾਂ ਦਾ ਜਨਮ ਵੀ ਜਿਹੜਾ ਉਹਦਾ ਸਭ ਤੋਂ ਪਹਿਲਾਂ ਉਹਦੇ ਪਰਿਵਾਰ ਵਿੱਚ ਹੀ ਹੁੰਦਾ ਹੈ। ਪਰਿਵਾਰ ਵਿੱਚ ਉਹ ਬੋਲਣਾ, ਖਾਣਾ, ਉੱਠਣਾ, ਬੈਠਣਾ, ਕੱਪੜੇ ਪਹਿਨਣਾ, ਦਾ ਆਦਰ ਕਰਨਾ, ਮਿਊਚੁਅਲ ਅੰਡਰਸਟੈਂਡਿੰਗ, ਕੋਆਪਰੇਸ਼ਨ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਆਪਣੇ ਪਰਿਵਾਰ ਦੇ ਵਿੱਚੋਂ ਹੀ ਸਿੱਖਦਾ ਹੈ। ਥਰਡ ਇਜ਼ ਸੈਟਿਸਫੈਕਸ਼ਨ ਆਫ ਸਾਈਕੋਲੋਜੀਕਲ ਨੀਡਸ, ਮਨੋਵਿਗਿਆਨਿਕ ਲੋੜਾਂ ਦੀ ਸੰਤੁਸ਼ਟੀ। ਤਾਂ ਬੱਚਾ ਸਭ ਤੋਂ ਪਹਿਲਾਂ ਆਪਣੇ ਪਿਆਰ, ਸਨੇਹ, ਸੁਰੱਖਿਆ ਜੋ ਉਹਨੂੰ ਉਸਦੇ ਆਪਣੇ ਮਾਤਾ ਪਿਤਾ ਤੋਂ ਮਿਲਦੀਆਂ ਨੇ ਉਹ ਆਪਣੇ ਪਰਿਵਾਰ 'ਚੋਂ ਹੀ ਪ੍ਰਾਪਤ ਕਰਦਾ ਹੈ। ਇਹ ਸਾਰੀ ਚੀਜ਼ਾਂ ਸਮਾਜੀਕਰਨ ਦਾ ਬੇਸ ਨੇ। ਇਹ ਸਾਰੀਆਂ ਚੀਜ਼ਾਂ ਸਮਾਜੀਕਰਨ ਦੇ ਪ੍ਰੋਸੈਸ ਸ਼ੁਰੂ ਹੋਣ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਉਸਨੂੰ ਪਰਿਵਾਰ ਦੇ ਵਿੱਚੋਂ ਉਸਨੂੰ ਪਿਆਰ ਮਿਲੇ, ਉਸਨੂੰ ਸਨੇਹ ਮਿਲੇ, ਉਸਨੂੰ ਸੁਰੱਖਿਅਤ ਮਹਿਸੂਸ ਹੋਵੇ, ਆਪਣੇ ਪਰਿਵਾਰ ਦੇ ਵਿੱਚ ਸੁਤੰਤਰਤਾ ਮਹਿਸੂਸ ਹੋਵੇ, ਫਰੀਡਮ ਜਿਹੜੀ ਹੈ ਆਪਣੇ ਵਿਚਾਰਾਂ ਨੂੰ ਪ੍ਰਗਟ ਕਰਨ ਦੀ ਫਰੀਡਮ ਜਿਹੜੀ ਉਸਨੂੰ ਮਿਲਣੀ ਚਾਹੀਦੀ ਹੈ। ਫਾਊਂਡੇਸ਼ਨ ਆਫ ਕਰੈਕਟਰ ਯਾਨੀ ਕਿ ਆਚਰਣ ਦੀ ਬੁਨਿਆਦ ਉਹ ਵੀ ਸਭ ਤੋਂ ਪਹਿਲਾਂ ਪਰਿਵਾਰ ਦੇ ਵਿੱਚ ਰੱਖੀ ਜਾਂਦੀ ਹੈ। ਉਸਦੇ ਘਰ ਦੇ, ਉਸਦੇ ਬੜੇ, ਉਸਦੇ ਮਾਤਾ ਪਿਤਾ ਜਿਹੜੇ ਉਸਦੇ ਆਚਰਣ ਦਾ ਵਿਕਾਸ ਕਰਦੇ ਨੇ। ਜਿਹੋ ਜਿਹੇ ਮਾਤਾ ਪਿਤਾ ਆਚਰਣ ਦਾ ਵਿਕਾਸ ਕਰਨਗੇ ਉਹੋ ਜਿਹੇ ਹੀ ਅੱਗੇ ਜਾ ਕੇ ਬੱਚੇ ਦਾ ਜਿਹੜਾ ਉਹ ਜਿਹੜਾ ਆਚਰਣ ਹੈ ਉਹ ਬਣਦਾ ਹੈ। ਸੋ ਸਭ ਤੋਂ ਪਹਿਲਾਂ ਪਹਿਲੀ ਸਟੇਜ ਦੇ ਵਿੱਚ ਆਚਰਣ ਬਿਲਡ ਕਰਨ ਦੇ ਵਿੱਚ ਬਹੁਤ ਜਿਹੜੀ ਮਿਹਨਤ ਕਰਨੀ ਪੈਂਦੀ ਹੈ। ਗੰਭੀਰਤਾ, ਹਮਦਰਦੀ, ਪ੍ਰੇਮ, ਇਮਾਨਦਾਰੀ, ਸੱਚਾਈ, ਮਿਹਨਤ, ਨੈਤਿਕ ਗੁਣਾਂ ਦਾ ਵਿਕਾਸ। ਸੋ ਇਹ ਸਾਰੇ ਜਿੰਨੇ ਵੀ ਮੋਰਲ ਵੈਲਿਊਜ਼ ਨੇਗੇ ਉਹ ਬੱਚੇ ਦੇ ਵਿੱਚ ਇੱਕ ਪਰਿਵਾਰ ਹੀ ਪਾਉਂਦਾ ਹੈ। ਅਗਰ ਪਰਿਵਾਰ ਦਾ ਵਾਤਾਵਰਨ ਸਹੀ ਨਹੀਂ ਹੋਏਗਾ ਤਾਂ ਬੱਚੇ ਦਾ ਆਚਰਣ ਜਿਹੜਾ ਹੈ ਉਹ ਆਚਰਣ ਦਾ ਜਿਹੜਾ ਵਿਕਾਸ ਹੈ ਉਹ ਸਹੀ ਤਰੀਕੇ ਨਾਲ ਨਹੀਂ ਹੋ ਸਕਦਾ। ਡਿਵੈਲਪਮੈਂਟ ਆਫ ਸਿਵਿਕ ਸੈਂਸ, ਜਿਸ ਨੂੰ ਆਪਾਂ ਕਹਿੰਦੇ ਹਾਂ ਨਾਗਰਿਕਤਾ ਦੀ ਭਾਵਨਾ ਦਾ ਵਿਕਾਸ। ਇਸ ਦਾ ਵਿਕਾਸ ਵੀ ਪਰਿਵਾਰ ਦੇ ਵਿੱਚ ਹੀ ਹੁੰਦਾ ਹੈ। ਬੱਚਾ ਨਾਗਰਿਕਤਾ ਦਾ ਪਹਿਲਾ ਪਾਰਟ ਜਿਹੜਾ ਉਹ ਮਾਤਾ ਪਿਤਾ ਤੋਂ ਹੀ ਸਿੱਖਦਾ ਹੈ। ਪਰਿਵਾਰ ਹੀ ਜਿਹੜਾ ਬੱਚੇ ਨੂੰ ਉਸਦੇ ਫਰਜ਼, ਉਸਦੇ ਕਰਤੱਵ ਤੇ ਉਸਦੀ ਜ਼ਿੰਮੇਵਾਰੀ ਲੈਣਾ, ਉਸਦੀ ਰਿਸਪੌਂਸਿਬਿਲਟੀ ਲੈਣਾ, ਇਹ ਚੀਜ਼ ਜਿਹੜਾ ਸਿਖਾਉਂਦਾ ਹੈ। ਅਨੁਸ਼ਾਸਨ ਸਿਖਾਉਂਦਾ ਹੈ, ਸਹਿਯੋਗ ਸਿਖਾਉਂਦਾ ਹੈ। ਤਾਂ ਇਹ ਸਾਰੀ ਚੀਜ਼ਾਂ ਵੀ ਉਸਨੂੰ ਪਰਿਵਾਰ ਦੇ ਵਿੱਚੋਂ ਮਿਲਦੀਆਂ ਨੇ। ਸੋ ਪਰਿਵਾਰ ਉਸਦਾ ਪਹਿਲਾ ਜਿਹੜਾ ਸਮਾਜ ਹੈ ਜਿਸ ਦੇ ਵਿੱਚ ਉਹ ਹਰ ਇੱਕ ਚੀਜ਼ ਸਭ ਤੋਂ ਪਹਿਲਾਂ ਸਿੱਖਦਾ ਹੈ। ਉਹੀ ਉਸਦਾ ਫਸਟ ਸਕੂਲ ਹੈ। ਉੱਥੇ ਉਸਦੀ ਸੋਸ਼ਲ ਕੁਆਲਿਟੀਜ਼ ਡਿਵੈਲਪ ਹੁੰਦੀਆਂ ਨੇ, ਉੱਥੇ ਉਸਦੇ ਸਾਈਕੋਲੋਜੀਕਲ ਨੀਡਸ ਜਿਹੜੀਆਂ ਉਹ ਸੈਟੀਸਫਾਈ ਹੁੰਦੀਆਂ ਨੇ। ਕਰੈਕਟਰ ਬਿਲਟ ਦਾ ਜੋ ਫਾਊਂਡੇਸ਼ਨ ਹੈ, ਜੋ ਇੱਕ ਨੀਂਹ ਹੈਗੀ ਹੈ, ਉਹ ਵੀ ਪਰਿਵਾਰ ਦੇ ਵਿੱਚੋਂ ਹੀ ਰੱਖੀ ਜਾਂਦੀ ਹੈ। ਤੇ ਉਹ ਇੱਕ ਨਾਗਰਿਕਤਾ ਦਾ ਜਿਹੜੇ ਭਾਵਨਾ ਦਾ ਵਿਕਾਸ ਹੈ ਕਿ ਮੈਨੇ ਜੋ ਕੰਮ ਕਰਨਾ ਹੈ, ਇਹ ਕੰਮ ਕਰਨਾ ਮੇਰਾ ਫਰਜ਼ ਹੈ ਤੇ ਉਹ ਜੋ ਵੀ ਕੰਮ ਕੀਤਾ ਉਹਦੀ ਰਿਸਪੌਂਸਿਬਿਲਟੀ ਲੈਣਾ, ਇਹ ਸਾਰੀ ਚੀਜ਼ਾਂ ਵੀ ਉਹ ਸਭ ਤੋਂ ਪਹਿਲਾਂ ਆਪਣੇ ਪਰਿਵਾਰ ਦੇ ਵਿੱਚੋਂ ਹੀ ਸਿੱਖਦਾ ਹੈ। ਸੋ ਇੱਕ ਪਰਿਵਾਰ ਬਹੁਤ ਵੱਡਾ ਰੋਲ ਪਲੇ ਕਰਦਾ ਇੱਕ ਬੱਚੇ ਦੇ ਸੋਸ਼ਲਾਈਜੇਸ਼ਨ ਦੇ ਪ੍ਰੋਸੈਸ ਦੇ ਵਿੱਚ, ਕਿਉਂਕਿ ਇਹ ਇੱਕ ਬੇਸ ਹੈ, ਇੱਕ ਫਾਊਂਡੇਸ਼ਨ ਸਟੋਨ ਹੈ। ਨੈਕਸਟ ਏਜੰਟ ਆ ਜਾਂਦਾ ਹੈ ਆਪਣੇ ਪਾਸ ਦ ਸਕੂਲ, ਯਾਨੀ ਕਿ ਸਕੂਲ ਸਮਾਜੀਕਰਨ ਦਾ ਸਾਧਨ ਦੇ ਰੂਪ ਵਿੱਚ ਸੈਕਿੰਡ ਏਜੰਟ ਆਪਣਾ ਬਣਦਾ ਹੈ। ਕਿਉਂਕਿ ਉਸ ਤੋਂ ਬਾਅਦ ਜਿਹੜਾ ਬੱਚਾ ਸਭ ਤੋਂ ਬਾਅਦ ਆਪਣੇ ਸਕੂਲ ਦੇ ਵਿੱਚ ਹੀ ਜਾਂਦਾ ਹੈ। ਤਾਂ ਸਕੂਲ ਇੱਕ ਐਸਾ ਸਾਧਨ ਹੈ ਬੱਚੇ ਵਿੱਚ ਸੱਭਿਆਚਾਰ ਦਾ ਸੰਚਾਰ ਕਰਦਾ ਹੈ, ਟਰਾਂਸਮਿਸ਼ਨ ਐਂਡ ਐਨਰਿਚਮੈਂਟ ਆਫ ਕਲਚਰ। ਸਕੂਲ ਹੀ ਬੱਚੇ ਦੇ ਵਿੱਚ ਸੱਭਿਆਚਾਰਿਕ ਕਦਰਾਂ ਕੀਮਤਾਂ ਨੂੰ ਪਾਉਂਦਾ ਹੈ। ਸੱਭਿਆਚਾਰ ਬਾਰੇ ਚੰਗੀ ਤਰ੍ਹਾਂ ਜਿਹੜਾ ਐਕਸਪੀਰੀਅੰਸ ਹੈ ਉਹ ਇੱਕ ਬੱਚਾ ਆਪਣੇ ਸਕੂਲ ਤੋਂ ਹੀ ਲੈਂਦਾ ਹੈ। ਪ੍ਰਮੋਸ਼ਨ ਆਫ ਸੋਸ਼ਲ ਐਫੀਸ਼ੀਐਂਸੀ ਦਾ ਮਤਲਬ ਹੈ ਸਮਾਜਿਕ ਨਿਪੁੰਨਤਾ ਦਾ ਵਿਕਾਸ। ਤਾਂ ਸਕੂਲ ਹੀ ਇੱਕ ਸਮਾਜਿਕ ਗੁਣਾਂ ਦਾ ਸੋਮਾ ਹੁੰਦਾ ਹੈ ਕਿ ਸਕੂਲ ਸਿਰਫ ਸੁਸਾਇਟੀ ਦਾ ਮਿਰਰ ਨਹੀਂ ਹੁੰਦਾ, ਬਲਕਿ ਉਹ ਐਗਜ਼ਾਮਪਲ ਪੇਸ਼ ਕਰਦਾ ਹੈ ਬੱਚੇ ਦੇ ਸਾਹਮਣੇ ਕਿ ਉਚਿਤ ਆਦੇਸ਼ ਪੇਸ਼ ਕਰਦਾ ਹੈ ਕਿ ਸੋਸਾਇਟੀ ਜਿਹੜੀ ਉਹ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ। ਸੋ ਸਕੂਲ ਬੱਚੇ ਦੇ ਸਮਾਜਿਕ ਯਾਨੀ ਕਿ ਸੋਸ਼ਲ, ਕੰਸਟਰਕਟਿਵ, ਰਚਨਾਤਮਕ, ਕਲਾਤਮਕ ਇਹ ਸਾਰੇ ਆਵੇਗਾਂ ਨੂੰ, ਇਹ ਸਾਰੇ ਇੰਪਲਸਿਵਸ ਨੂੰ ਜਿਹੜਾ ਉਹ ਪੂਰਾ ਕਰਦਾ ਹੈ। ਬੱਚਾ ਜਿਹੜਾ ਸਕੂਲ ਤੋਂ ਹੀ ਗਿਆਨ ਪ੍ਰਾਪਤ ਕਰਦਾ ਹੈ, ਉਹਦੀ ਆਦਤਾਂ ਕਿਸ ਤਰ੍ਹਾਂ ਦੀਆਂ ਹੋਣੀ ਚਾਹੀਦੀਆਂ ਨੇ, ਜਿਹੜੇ ਉਹਨੂੰ ਕੌਸ਼ਲ ਯਾਨੀ ਕਿ ਸਕਿੱਲਸ ਸਿੱਖਦਾ ਉਹ ਆਪਣੇ ਸਕੂਲ ਤੋਂ ਸਿੱਖਦਾ ਹੈ। ਐਟੀਟਿਊਡ ਜਿਹੜੇ ਹੈ ਉਹ ਆਪਣੇ ਸਕੂਲ ਤੋਂ ਸਿੱਖਦਾ ਹੈ। ਤਾਂ ਹਰ ਇੱਕ ਤਰ੍ਹਾਂ ਦੀ ਜਿਹੜੇ ਉਹਦੇ ਵਿੱਚ ਵਿਕਾਸ ਹੁੰਦਾ, ਉਹਦੇ ਸਕਿੱਲਸ, ਉਹਦੀ ਐਟੀਟਿਊਡਸ ਦਾ, ਉਸਦੇ ਇੰਟਰਸਟ ਦਾ, ਉਹ ਸਾਰੇ ਸਕੂਲ ਦੇ ਵਿੱਚ ਹੀ ਹੁੰਦਾ ਹੈ। ਆਪਣੀ ਕੈਪੇਬਿਲਿਟੀਜ਼ ਨੂੰ ਡਿਵੈਲਪ ਕਰਦਾ ਹੈ। ਕਲਟੀਵੇਸ਼ਨ ਆਫ ਹਾਇਰ ਵੈਲਿਊਜ਼, ਯਾਨੀ ਕਿ ਆਪਣੇ ਸਕੂਲ ਤੋਂ ਹੀ ਉਚੇਰੀਆਂ ਕੀਮਤਾਂ, ਮੋਰਲ ਵੈਲਿਊਜ਼, ਨੈਤਿਕ ਗੁਣਾਂ ਦਾ ਵਿਕਾਸ ਵੀ ਜਿਹੜਾ ਉਹਦਾ ਸਕੂਲ ਦੇ ਵਿੱਚ ਹੁੰਦਾ। ਇੱਕ ਵਿਅਕਤੀ ਦੇ ਨੈਤਿਕ ਗੁਣ ਕਿਸ ਤਰ੍ਹਾਂ ਦੇ ਹੋਣੇ ਚਾਹੀਦੇ ਆ, ਉਹਨੂੰ ਠੀਕ ਗਲਤ ਦਾ ਪਛਾਣ ਜਿਹੜੀ ਆ ਉਹ ਵੀ ਇੱਕ ਸਕੂਲ ਹੀ ਕਰਵਾਉਂਦਾ ਹੈ। ਸਕੂਲ ਦਾ ਮੇਨ ਕੰਮ ਹੁੰਦਾ ਇਹਦੇ ਵਿੱਚ ਜੋ ਆਪਾਂ ਨੂੰ ਪੜ੍ਹਾਈ ਕਰਵਾਈ ਜਾਂਦੀ ਹੈ, ਉਸਦਾ ਮੇਨ ਉਦੇਸ਼ ਇਹ ਹੁੰਦਾ ਕਿ ਬੱਚਾ ਉਸ ਪੜ੍ਹਾਈ ਤੋਂ, ਉਸ ਗਿਆਨ ਦਾ ਫਾਇਦਾ ਲੈ ਕੇ ਬਾਅਦ ਦੇ ਵਿੱਚ ਜਦੋਂ ਸਕੂਲ ਦੇ ਵਿੱਚੋਂ ਬਾਹਰ ਨਿਕਲੇ, ਸਮਾਜ ਦੇ ਵਿੱਚ ਜਾਵੇ ਤਾਂ ਉੱਥੇ ਸਹੀ ਤਰੀਕੇ ਨਾਲ ਆਪਣੇ ਆਪ ਨੂੰ ਐਡਜਸਟ ਕਰ ਸਕੇ, ਸਮਾਯੋਜਨ ਕਰ ਸਕੇ। ਸੋ ਮੇਨ ਜਿਹੜਾ ਪੜ੍ਹਾਈ ਦਾ ਉਦੇਸ਼ ਇਹੀ ਹੁੰਦਾ ਕਿ ਜਦੋਂ ਇੱਕ ਬੱਚਾ ਇੱਥੋਂ ਪੜ੍ਹ ਕੇ ਜਾਂਦਾ ਉਹ ਇੱਕ ਵਧੀਆ ਫਿਜ਼ੀਕਲੀ ਫਿਟ ਪਰਸਨ ਬਣੇ, ਇੰਟੈਲੈਕਚੁਅਲੀ ਐਨਲਾਈਟਡ ਮਤਲਬ ਬੌਧਿਕ ਰੂਪ ਤੇ ਇੱਕ ਚੇਤਨ ਵਿਅਕਤੀ ਬਣੇ, ਇਮੋਸ਼ਨਲੀ ਬੈਲੈਂਸਡ ਹੋਵੇ, ਆਪਣੇ ਇਮੋਸ਼ਨਸ ਨੂੰ ਕੰਟਰੋਲ ਕਰਨਾ ਸਿੱਖਣਾ ਹੋਣਾ ਚਾਹੀਦਾ ਹੈ। ਤੇ ਜਦੋਂ ਇੱਥੋਂ ਬਾਹਰ ਜਾਵੇ, ਜਿਹੜਾ ਵੀ ਗਿਆਨ ਉਹ ਇੱਥੋਂ ਪ੍ਰਾਪਤ ਕਰਕੇ ਨਿਕਲੇ ਉਸਦੇ ਬੇਸਿਸ ਤੇ ਉਹ ਆਪਣਾ ਰੋਜ਼ਗਾਰ ਕਮਾ ਸਕੇ, ਵਿਵਸਾਇਕ ਰੂਪ ਤੋਂ ਨਿਪੁੰਨ ਹੋਵੇ, ਸਮਾਜਿਕ ਰੂਪ ਦੇ ਵਿੱਚ ਵੈਲ ਐਡਜਸਟ ਕਰ ਪਾਵੇ, ਤਾਂ ਉਹ ਇੱਕ ਵਧੀਆ ਵਿਅਕਤੀ ਜਿਹੜਾ ਇੱਥੋਂ ਨਿਕਲੇ। ਤਾਂ ਇਸ ਚੀਜ਼ ਦਾ ਜਿਹੜਾ ਮੇਨ ਰੂਟ ਹੈ ਉਹ ਸਕੂਲ ਹੀ ਹੈ। ਸਕੂਲ ਹੀ ਬੱਚੇ ਨੂੰ ਸਿਖਾਉਂਦਾ ਹੈ ਕਿ ਉਹ ਸਕੂਲ ਤੋਂ ਬਾਹਰ ਜਾ ਕੇ ਸਮਾਜ ਦੇ ਵਿੱਚ ਉਸਨੂੰ ਕਿਸ ਤਰ੍ਹਾਂ ਐਡਜਸਟ ਹੋਣਾ ਹੈ, ਕਿਸ ਤਰ੍ਹਾਂ ਸਮਾਯੋਜਨ ਕਰਨਾ ਹੈ, ਇੱਕ ਵਧੀਆ ਵਿਅਕਤੀ ਜਿਹੜਾ ਬਾਹਰ ਨਿਕਲ ਕੇ ਆਵੇ, ਵਧੀਆ ਸਮਾਜ ਦਾ ਇੱਕ ਵਧੀਆ ਨਾਗਰਿਕ ਬਣ ਕੇ ਆਵੇ। ਇਹ ਸਾਰੀ ਚੀਜ਼ਾਂ ਦਾ ਜਿਹੜਾ ਡਿਵੈਲਪਮੈਂਟ ਹੈ, ਇਹ ਸਾਰੀ ਚੀਜ਼ਾਂ ਦਾ ਕੰਮ ਜਿਹੜਾ ਹੈ ਉਹ ਇੱਕ ਸਕੂਲ ਹੀ ਕਰਦਾ ਹੈ। ਹਰ ਇੱਕ ਚੀਜ਼ ਜਿਹੜੀ ਉਸਨੂੰ ਸਕੂਲ ਹੀ ਸਿਖਾਉਂਦਾ ਹੈ ਪਰਿਵਾਰ ਤੋਂ ਬਾਅਦ। ਸਕੂਲ ਜਿਹੜਾ ਹੈ ਜੀ ਉਹ ਵਿਵਸਾਇਕ ਯਾਨੀ ਕਿ ਵੋਕੇਸ਼ਨਲ ਟ੍ਰੇਨਿੰਗ ਵੀ ਪ੍ਰੋਵਾਈਡ ਕਰਦਾ ਹੈ, ਕਿਉਂਕਿ ਅਗਰ ਵੋਕੇਸ਼ਨਲ ਟ੍ਰੇਨਿੰਗ ਯਾਨੀ ਕਿ ਇਸ ਤਰ੍ਹਾਂ ਦੀ ਸਿੱਖਿਆ ਬੱਚਿਆਂ ਨੂੰ ਦਿੱਤੀ ਜਾਏਗੀ ਜਿਸ ਦੇ ਵਿੱਚ ਉਹਨਾਂ ਦੇ ਜੋ ਇੰਟਰਸਟ ਹੈ, ਉਹਨਾਂ ਦੀ ਜੋ ਯੋਗਤਾਵਾਂ ਨੇ, ਉਹਨਾਂ ਦੀ ਜੋ ਲੋੜਾਂ ਨੇ ਉਹ ਸਾਰੀਆਂ ਡਿਵੈਲਪ ਹੋਣ। ਜਿਹੜਾ ਕਿ ਆਪਾਂ ਤੁਹਾਨੂੰ ਦੱਸਿਆ ਵੀ ਸੀ ਲਾਸਟ ਵੀਡੀਓ ਦੇ ਵਿੱਚ ਕਿ ਬੱਚੇ ਨੂੰ ਉਸ ਤਰ੍ਹਾਂ ਦੀ ਸਿੱਖਿਆ ਦੇਣੀ ਚਾਹੀਦੀ ਹੈ ਜਿਸ ਤਰ੍ਹਾਂ ਦੀ ਯੋਗਤਾ ਉਹਦੇ ਵਿੱਚ ਹੈ, ਜਿਸ ਚੀਜ਼ ਦੇ ਵਿੱਚ ਉਸਦੀ ਰੁਚੀ ਹੈ, ਤਾਂ ਹੀ ਉਹ ਇੱਕ ਵਧੀਆ ਨਾਗਰਿਕ ਜਿਹੜਾ ਬਣ ਕੇ ਬਾਹਰ ਆਉਂਦਾ। ਸੋ ਸਕੂਲ ਜਿਹੜਾ ਇੱਕ ਬੱਚੇ ਨੂੰ ਉਸਦੀ ਲੋੜਾਂ, ਉਸਦੀ ਯੋਗਤਾਵਾਂ ਤੇ ਰੁਚੀਆਂ ਦੇ ਅਨੁਕੂਲ ਜਿਹੜੀ ਹੈ ਵੋਕੇਸ਼ਨਲ ਟ੍ਰੇਨਿੰਗ ਦਿੰਦਾ, ਜਿਸ ਦੇ ਨਾਲ ਉਹ
ਸਮਾਜ ਦੇ ਵਿੱਚ ਜਾ ਕੇ ਆਪਣੀਆਂ ਲੋੜਾਂ ਨੂੰ ਪੂਰਾ ਕਰ ਸਕਦਾ ਹੈ, ਇੱਕ ਸਮਾਜ ਦਾ ਵਧੀਆ ਵਿਕਾਸ ਕਰ ਸਕਦਾ ਹੈ। ਅਗਰ ਉਹ ਇਸ ਤਰ੍ਹਾਂ ਨਹੀਂ ਹੁੰਦਾ ਤਾਂ ਉਹ ਸਮਾਜ ਲਈ ਵਧੀਆ ਨਹੀਂ ਹੁੰਦਾ। ਜਿਵੇਂ ਤੁਸੀਂ ਦੇਖ ਸਕਦੇ ਹੋ, ਅਗਰ ਉਹ ਕੈਂਡੀਡੇਟ ਜਿਹੜੇ ਬਹੁਤ ਸਾਰੀਆਂ ਪੜ੍ਹਾਈਆਂ ਕਰਦੇ ਲੇਕਿਨ ਬਾਅਦ ਦੇ ਵਿੱਚ ਉਹਨਾਂ ਨੂੰ ਉਹਨਾਂ ਦੀ ਯੋਗਤਾ ਦੇ ਮੁਤਾਬਿਕ ਉਹਨਾਂ ਨੂੰ ਰੁਜ਼ਗਾਰ ਨਹੀਂ ਮਿਲਦਾ, ਤਾਂ ਫਿਰ ਉਹ ਕਿਸ ਤਰ੍ਹਾਂ ਇੱਕ ਸਮਾਜ ਜਿਹੜਾ ਹੈ ਉਹਦਾ ਜਿਹੜਾ ਵਿਵਸਥਾ ਹੈਗੀ ਆ ਉਹ ਭੰਗ ਹੋ ਜਾਂਦੀ ਹੈ ਅਤੇ ਉਹ ਸਮਾਜ ਲਈ ਅਤੇ ਉਹਨਾਂ ਵਿਅਕਤੀਆਂ ਲਈ ਕਿਸੇ ਲਈ ਵੀ ਉਹ ਵਧੀਆ ਨਹੀਂ ਹੁੰਦੀ। ਲੇਕਿਨ ਅਗਰ ਵਿਵਸਾਇਕ ਸਿੱਖਿਆ ਜਿਹੜੀ ਹੈ ਸਕੂਲ ਦੇ ਵਿੱਚ ਮਿਲੇ ਅਤੇ ਉਹ ਜੀਵਨ ਤੋਂ ਬਾਅਦ ਸਮਾਯੋਜਨ ਦੇ ਵਿੱਚ ਕੰਮ ਵੀ ਆਵੇ, ਤਾਂ ਇੱਕ ਵਧੀਆ ਸੁਸਾਇਟੀ ਜਿਹੜੀ ਉਹ ਬਿਲਡ ਹੁੰਦੀ ਹੈ। ਇਸ ਤੋਂ ਇਲਾਵਾ ਹੈਗਾ ਜੀ ਦਾ ਪੀਅਰ ਗਰੁੱਪ ਤੇ ਮਾਸ ਮੀਡੀਆ। ਪੀਅਰ ਗਰੁੱਪ ਹੋ ਗਿਆ ਜੀ ਉਹ ਸਾਰੇ ਲੋਕ, ਉਹ ਸਾਰੇ ਆਪਣੇ ਫਰੈਂਡਸ ਜਿਨ੍ਹਾਂ ਦੇ ਵਿੱਚ ਬੈਠ ਕੇ ਇੱਕ ਬੱਚਾ ਜਿਹੜਾ ਹੈ ਸਿੱਖਿਆ ਗ੍ਰਹਿਣ ਕਰਦਾ ਹੈ। ਸੋ ਪੀਅਰ ਗਰੁੱਪ ਦੇ ਮੈਂਬਰਸ ਯਾਨੀ ਕਿ ਉਹਦੇ ਜਿਹੜੇ ਫਰੈਂਡਸ ਹੋ ਗਏ, ਉਹਦੇ ਵਿੱਚ ਉਹੀ ਸਾਰੇ ਲੋਕ ਹੁੰਦੇ ਨੇ ਜੋ ਇੱਕ ਬੱਚੇ ਦੇ ਬਿਲਕੁਲ ਸੇਮ ਏਜ ਦੇ ਹੁੰਦੇ ਨੇ। ਸੋ ਉੱਥੋਂ ਵੀ ਜਿਹੜਾ ਇੱਕ ਬੱਚਾ ਬਹੁਤ ਕੁਝ ਸਿੱਖਦਾ ਹੈ। ਗਰੁੱਪ ਦੇ ਵਿੱਚ ਆਪਣੇ ਨਾਲ ਦੇ ਸਾਥੀਆਂ ਤੋਂ ਵੀ ਬਹੁਤ ਕੁਝ ਸਿੱਖਦਾ, ਉਹਨਾਂ ਦੇ ਨਾਲ ਟੀਮ ਦੇ ਵਿੱਚ ਕੰਮ ਕਰਨਾ, ਟੀਮ ਦੇ ਵਿੱਚ ਪੜ੍ਹਨਾ, ਟੀਮ ਦੇ ਵਿੱਚ ਖੇਡਣ ਨਾਲ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਆਪਣੇ ਪੀਅਰ ਗਰੁੱਪ ਤੋਂ ਵੀ ਸਿੱਖਦਾ ਹੈ। ਕਿ ਬੱਚੇ ਦੇ ਸੋਸ਼ਲਾਈਜੇਸ਼ਨ ਪ੍ਰੋਸੈਸ ਦੇ ਵਿੱਚ ਮਾਸ ਮੀਡੀਆ ਜਿਹੜਾ ਬਹੁਤ ਵੱਡਾ ਰੋਲ ਪਲੇ ਕਰਦਾ ਹੈ। ਇੰਪਰਸਨਲ ਮੈਨਰ ਦੇ ਵਿੱਚ ਮਾਸ ਮੀਡੀਆ ਜਿਹੜਾ ਇੱਕ ਇਨਫੋਰਮੇਸ਼ਨ ਜਿਹੜੀ ਹੈ ਟ੍ਰਾਂਸਫਰ ਕਰਦਾ। ਇਹ ਇੱਕ ਵਨ ਵੇ ਫਲੋ ਹੈਗਾ, ਇਹ ਚੀਜ਼ ਤੁਸੀਂ ਯਾਦ ਰੱਖਿਓ। ਮਾਸ ਮੀਡੀਆ ਦੇ ਵਿੱਚ ਕੀ ਹੁੰਦਾ, ਵਨ ਵੇ ਫਲੋ ਹੁੰਦਾ ਕਿ ਮਾਸ ਮੀਡੀਆ ਦੇ ਥਰੂ ਇਨਫੋਰਮੇਸ਼ਨ ਬੱਚੇ ਨੂੰ ਮਿਲਦੀ ਹੈ, ਬੱਚਾ ਉੱਥੇ ਇੱਕ ਆਡੀਅנס ਦੀ ਤਰ੍ਹਾਂ ਕੰਮ ਕਰਦਾ ਹੈ। ਮਾਸ ਮੀਡੀਆ ਇੱਕ ਬਹੁਤ ਵੱਡਾ ਰੋਲ ਪਲੇ ਕਰਦਾ ਕਿਉਂਕਿ ਮੀਡੀਆ ਜਿਹੜਾ ਹੈ ਉਹ ਬੱਚੇ ਦੀ ਇਮੋਸ਼ਨਸ ਨੂੰ ਜਿਹੜਾ ਹੈ, ਬੱਚੇ ਦੇ ਇੰਪ੍ਰੈਸ਼ਨਸ ਨੂੰ ਕੰਟਰੋਲ ਕਰ ਸਕਦਾ ਹੈ, ਕ੍ਰੀਏਟ ਕਰ ਸਕਦਾ ਹੈ। ਲੇਕਿਨ ਇੱਥੇ ਇਹ ਵੀ ਚੀਜ਼ ਜ਼ਰੂਰੀ ਹੈ ਕਿ ਉਹ ਜਿਹੜੀ ਚੀਜ਼ਾਂ, ਜਿਹੜੀ ਇਮੋਸ਼ਨਸ ਜਾਂ ਜਿਸ ਟੌਪਿਕਸ 'ਤੇ ਉਹ ਬੱਚਿਆਂ ਦਾ ਧਿਆਨ ਲੈ ਕੇ ਜਾਂਦਾ ਜਾਂ ਜਿਹੜੇ ਵੀ ਥੋਟ ਪ੍ਰੋਸੈਸ ਜਿਹੜਾ ਉਹ ਕੰਸਟਰਕਟ ਕਰਦਾ ਬੱਚਿਆਂ ਦੇ ਵਿੱਚ, ਉਹ ਜਿਹੜੇ ਰੀਅਲ ਹੋਣੇ ਚਾਹੀਦੇ, ਇੰਪੋਰਟੈਂਟ ਹੋਣੇ ਚਾਹੀਦੇ ਅਤੇ ਨੋਰਮਸ ਦੇ ਮੁਤਾਬਿਕ ਹੋਣੇ ਚਾਹੀਦੀਆਂ। ਅਦਰਵਾਈਜ਼ ਇਹਨਾਂ ਦਾ ਇੱਕ ਹਾਰਮਫੁਲ ਇਫੈਕਟ ਵੀ ਦੇਖਿਆ ਜਾ ਸਕਦਾ। ਇਹ ਤਾਂ ਸੀਗੇ ਜੀ ਏਜੰਟਸ ਆਫ ਸੋਸ਼ਲਾਈਜੇਸ਼ਨ। ਲੇਕਿਨ ਇਹਦੇ ਵਿੱਚ ਇੱਕ ਸਭ ਤੋਂ ਵੱਡੇ ਏਜੰਟ ਦੀ ਅਗਰ ਆਪਾਂ ਗੱਲ ਕਰ ਲਈਏ, ਟੀਚਰ ਦਾ ਕੀ ਰੋਲ ਹੈ, ਕਿਉਂਕਿ ਇਸੇ ਲਈ ਆਪਾਂ ਇਹ ਸਾਰੀ ਚੀਜ਼ਾਂ ਪੜ੍ਹ ਰਹੇ ਹਾਂ ਕਿ ਇੱਕ ਬੱਚੇ ਦੇ ਸੋਸ਼ਲਾਈਜੇਸ਼ਨ ਦੇ ਪ੍ਰੋਸੈਸ ਦੇ ਵਿੱਚ ਟੀਚਰ ਦਾ ਕੀ ਰੋਲ ਹੈ। ਹੁਣ ਆਪਾਂ ਉਹ ਦੇਖਦੇ ਹਾਂ। ਹਾਂਜੀ, ਇਹਦੇ ਵਿੱਚ ਸਭ ਤੋਂ ਪਹਿਲਾਂ ਜੀ ਟ੍ਰੈਡੀਸ਼ਨ ਆਫ ਸਕੂਲ, ਯਾਨੀ ਕਿ ਸਕੂਲ ਦੀਆਂ ਪਰੰਪਰਾਵਾਂ। ਇੱਕ ਬੱਚੇ ਦੇ ਸਮਾਜੀਕਰਨ ਦੇ ਵਿੱਚ ਸਕੂਲ ਦੀਆਂ ਜਿਹੜੀ ਪਰੰਪਰਾਵਾਂ ਨੇ, ਉੱਥੋਂ ਦੇ ਜਿਹੜੀ ਰੂਲਸ ਐਂਡ ਰੈਗੂਲੇਸ਼ਨਸ ਨੇ ਉਹ ਬਹੁਤ ਜ਼ਿਆਦਾ ਮੈਟਰ ਕਰਦੇ ਨੇ। ਸੋ ਟੀਚਰ ਦਾ ਕੰਮ ਹੈ ਕਿ ਉਹ ਚਾਈਲਡ ਨੂੰ ਐਨਕਰੇਜ ਕਰੇ ਕਿ ਉਹ ਟ੍ਰੈਡੀਸ਼ਨ, ਸਕੂਲ ਦੇ ਟ੍ਰੈਡੀਸ਼ਨ ਦੇ ਮੁਤਾਬਿਕ ਹੀ ਕੰਮ ਕਰੇ, ਤਾਂ ਕਿ ਉਸਦੇ ਵਿੱਚ ਇੱਕ ਟ੍ਰੈਡੀਸ਼ਨ ਦੇ ਮੁਤਾਬਿਕ ਕੰਮ ਕਰਨ ਦੀ, ਇੱਕ ਡਿਸਿਪਲਿਨ ਦੇ ਵਿੱਚ ਕੰਮ ਕਰਨ ਦੀ ਆਦਤ ਜਿਹੜੀ ਉਹ ਡਿਵੈਲਪ ਹੋ ਸਕੇ। ਇਨਕਰੇਜਮੈਂਟ ਟੂ ਗਰੁੱਪ ਵਰਕ, ਸਮੂਹ ਕਾਰਜਾਂ ਨੂੰ ਉਤਸ਼ਾਹਿਤ ਕਰਨਾ ਹੈ। ਕਿਉਂਕਿ ਗਰੁੱਪ ਵਰਕ ਦੇ ਵਿੱਚ ਜਦੋਂ ਵੀ ਇੱਕ ਬੱਚਾ ਕੰਮ ਕਰਦਾ ਤਾਂ ਉਹਦੇ ਵਿੱਚ ਬਹੁਤ ਸਾਰੇ ਗੁਣ ਜਿਹੜੇ ਉਹ ਡਿਵੈਲਪ ਹੁੰਦੇ ਨੇ। ਸੋ ਟੀਚਰ ਨੂੰ ਚਾਹੀਦਾ ਕਿ ਇੱਕ ਬੱਚੇ ਨੂੰ ਐਨਕਰੇਜ ਕਰੇ ਕਿ ਉਹ ਇੱਕ ਸਮੂਹ ਦੇ ਵਿੱਚ ਕੰਮ ਕਰੇ, ਇੱਕ ਟੀਮ ਦੇ ਵਿੱਚ ਕੰਮ ਕਰੇ। ਆਪਣੇ ਪੀਅਰ ਗਰੁੱਪ ਦੇ ਨਾਲ ਜਦੋਂ ਇੱਕ ਟੀਮ ਦੇ ਵਿੱਚ ਕੰਮ ਕਰਦਾ ਤਾਂ ਉਹਦੇ ਵਿੱਚ ਟੀਮ ਵਰਕ, ਕੋਆਪਰੇਸ਼ਨ ਵਰਗੀਆਂ ਚੀਜ਼ਾਂ ਜਿਹੜੀਆਂ ਉਹ ਡਿਵੈਲਪ ਹੁੰਦੀਆਂ ਨੇ। ਇਸ ਦੇ ਲਈ ਉਹ ਬੱਚਿਆਂ ਨੂੰ ਗੇਮਸ ਦੇ ਵਿੱਚ ਪਾਰਟ ਕਰਵਾ ਸਕਦਾ ਹੈ। ਇਸ ਦੇ ਲਈ ਉਹ ਉਹਨਾਂ ਨੂੰ ਯਾਤਰਾਵਾਂ ਜਾਂ ਸੈਰ ਸਪਾਟੇ 'ਤੇ ਜਾਂ ਫੀਲਡ ਵਿਜ਼ਿਟ 'ਤੇ ਜਾਂ ਕਈ ਟ੍ਰਿਪ 'ਤੇ ਲੈ ਕੇ ਜਾ ਸਕਦਾ ਹੈ। ਡਿਫਰੈਂਟ ਪ੍ਰੋਗਰਾਮਸ ਜਿਹੜੇ ਨੇ, ਜਾਂ ਡਿਬੇਟਸ ਨੇ, ਜਾਂ ਕੰਪੀਟੀਸ਼ਨਸ ਨੇ, ਜਾਂ ਸਪੀਚ ਕੰਪੀਟੀਸ਼ਨਸ ਨੇ, ਉਹ ਜਿਹੜੇ ਆ ਰਖਾਏ ਜਾ ਸਕਦੇ ਨੇ, ਜਿਸ ਦੇ ਵਿੱਚ ਸਿਰਫ ਸਕੂਲ ਦੇ ਸਟੂਡੈਂਟਸ ਨਹੀਂ ਬਲਕਿ ਅਲੱਗ-ਅਲੱਗ ਸਕੂਲਾਂ ਤੋਂ ਵੀ ਜਿਹੜੇ ਸਟੂਡੈਂਟਸ ਜਿਹੜੇ ਪਾਰਟੀਸਪੇਟ ਕਰਦੇ ਹਨ, ਤਾਂ ਉਹਨਾਂ ਦਾ ਸਮਾਜੀਕਰਨ ਦਾ ਜਿਹੜਾ ਪ੍ਰੋਸੈਸ ਆ ਉਹ ਹੋਰ ਵੀ ਵਧੀਆ ਅਤੇ ਵਿਸ਼ਾਲ ਹੁੰਦਾ। ਜੀ ਐਨਕਰੇਜਿੰਗ ਹੈਲਦੀ ਹਿਊਮਨ ਰਿਲੇਸ਼ਨਸ, ਯਾਨੀ ਕਿ ਚੰਗੇ ਮਨੁੱਖੀ ਸੰਬੰਧ ਉਤਸ਼ਾਹਿਤ ਕਰਨਾ ਵੀ ਇੱਕ ਟੀਚਰ ਦਾ ਹੀ ਕੰਮ ਹੁੰਦਾ ਹੈ। ਬੱਚਿਆਂ ਨੂੰ ਚੰਗੇ ਹੈਲਦੀ ਹਿਊਮਨ ਰਿਲੇਸ਼ਨਸ ਬਣਾਉਣ ਲਈ ਇੱਕ ਟੀਚਰ ਜਿਹੜਾ ਉਤਸ਼ਾਹਿਤ ਕਰ ਸਕਦਾ ਹੈ। ਇਸ ਦੇ ਲਈ ਰੋਲ ਮਾਡਲ ਦਾ ਕੰਮ ਕਰ ਸਕਦਾ ਹੈ ਕਿ ਅਗਰ ਅਧਿਆਪਕ, ਮੁੱਖ ਅਧਿਆਪਕ ਅਤੇ ਵਿਦਿਆਰਥੀਆਂ ਵਿੱਚ ਜਿਹੜੇ ਸੰਬੰਧ ਨੇ ਚੰਗੇ ਹੋਣ, ਪ੍ਰਭਾਵਸ਼ਾਲੀ ਹੋਣ, ਤਾਂ ਇਸ ਤੋਂ ਜਿਹੜਾ ਬੱਚਾ ਸਿੱਖ ਸਕਦਾ ਹੈ ਕਿ ਇੱਕ ਵਧੀਆ ਸੁਸਾਇਟੀ ਦੇ ਵਿੱਚ ਹਿਊਮਨ ਰਿਲੇਸ਼ਨਸ ਜਿਹੜੇ ਨੇ ਉਹ ਚੰਗੇ ਤੇ ਹੈਲਦੀ ਹੋਣੇ ਚਾਹੀਦੇ ਨੇ। ਟਰਾਂਸਮਿਸ਼ਨ ਆਫ ਕਲਚਰ, ਇੱਕ ਸਮਾਜ ਦੇ ਕੁਝ ਰਿਵਾਜ, ਕੁਝ ਵਿਸ਼ਵਾਸ ਜਾਂ ਕੁਝ ਕੀਮਤਾਂ, ਕੁਝ ਵੈਲਿਊਜ਼, ਕੁਝ ਆਦਰਸ਼ ਪਰੰਪਰਾਵਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਸਮਾਜ ਦੀ ਸੱਭਿਅਤਾ ਕਿਹਾ ਜਾਂਦਾ ਹੈ। ਇਹ ਅਧਿਆਪਕ ਦਾ ਹੀ ਕਰਤੱਵ ਹੁੰਦਾ ਹੈ ਕਿ ਬੱਚਿਆਂ ਨੂੰ ਆਪਣੇ ਦੇਸ਼ ਦੇ ਸੱਭਿਅਤਾਵਾਂ ਦਾ ਗਿਆਨ ਦੇਵੇ। ਅਗਰ ਆਪਾਂ ਭਾਰਤ ਦੀ ਗੱਲ ਕਰ ਲਈਏ ਤਾਂ ਭਾਰਤੀ ਸੱਭਿਅਤਾਵਾਂ ਦਾ ਗਿਆਨ ਦੇਵੇ। ਇਹ ਗਿਆਨ ਜਿਹੜਾ ਬੱਚੇ ਨੂੰ ਟੀਚਰ ਹੀ ਦੇ ਸਕਦਾ ਹੈ, ਜਿਸ ਦੇ ਨਾਲ ਉਸਦਾ ਸਮਾਜੀਕਰਨ ਦੀ ਪ੍ਰਕਿਰਿਆ ਜਿਹੜੀ ਹੋਰ ਆਸਾਨ ਹੋ ਜਾਂਦੀ ਹੈ ਅਤੇ ਉਹ ਆਪਣੇ ਕਲਚਰ ਦੇ ਨਾਲ, ਆਪਣੇ ਸੱਭਿਆਚਾਰ ਦੇ ਨਾਲ ਹੋਰ ਚੰਗੀ ਤਰ੍ਹਾਂ ਜੁੜਦਾ ਹੈ। ਸੋਸ਼ਲ ਆਈਡਲਸ, ਯਾਨੀ ਕਿ ਸਮਾਜਿਕ ਆਦਰਸ਼, ਟੀਚਰ ਜਿਹੜਾ ਬੱਚਿਆਂ ਨੂੰ ਡਿਫਰੈਂਟ ਵੇਜ਼ ਦੇ ਨਾਲ ਜਿਹੜਾ ਹੈ ਉਹ ਸਮਾਜਿਕ ਆਦਰਸ਼ਾਂ ਦੇ ਬਾਰੇ ਦੱਸ ਸਕਦਾ ਹੈ, ਜਿਸ ਤੋਂ ਸਿੱਖਣ ਨੂੰ ਬੱਚਿਆਂ ਨੂੰ ਬਹੁਤ ਕੁਝ ਮਿਲਦਾ ਹੈ। ਉਹ ਕਲਾਸ ਦੇ ਵਿੱਚ ਜਾਂ ਖੇਡ ਦੇ ਮੈਦਾਨ 'ਚ ਜਾਂ ਹੋਰ ਕਿਸੇ ਸੱਭਿਆਚਾਰਿਕ ਪ੍ਰੋਗਰਾਮ ਦੇ ਵਿੱਚ, ਸਾਹਿਤਕ ਕਿਰਿਆਵਾਂ ਦੇ ਵਿੱਚ ਬੱਚਿਆਂ ਦੇ ਸਾਹਮਣੇ ਅਜਿਹੇ ਆਦਰਸ਼, ਅਜਿਹੇ ਆਈਡਲਸ ਪੇਸ਼ ਕਰਦਾ ਹੈ ਜੋ ਬੱਚੇ ਦੇ ਸਮਾਜੀਕਰਨ ਵਿੱਚ ਸਹਾਇਤਾ ਕਰਨਗੇ। ਇਨਕਰੇਜਮੈਂਟ ਟੂ ਹੈਲਦੀ ਕੰਪੀਟੀਸ਼ਨ, ਯਾਨੀ ਕਿ ਇੱਕ ਚੰਗੇ ਮੁਕਾਬਲੇ ਦੀ ਉਤਸ਼ਾਹਿਤ ਕਰਨਾ। ਕਈ ਵਾਰ ਬੱਚੇ ਜਿਹੜੇ ਮੁਕਾਬਲੇ ਦੀ ਭਾਵਨਾ ਜਿਹੜੀ ਉਹਨਾਂ ਦੇ ਵਿੱਚ ਇੱਕ ਗਲਤ ਤਰੀਕੇ ਨਾਲ ਪੈਦਾ ਹੋ ਜਾਂਦੀ ਹੈ, ਲੇਕਿਨ ਉਹਨਾਂ ਵਿੱਚ ਚੰਗੇ ਮੁਕਾਬਲੇ ਨੂੰ ਉਤਸ਼ਾਹਿਤ ਕਰਨਾ ਚਾਹੀਦਾ, ਜਿਹਦੇ ਵਿੱਚ ਉਹ ਕੰਪੀਟੀਸ਼ਨ ਵੀ ਜਿਹੜਾ ਫੇਸ ਕਰਨ ਕੰਪੀਟੀਸ਼ਨ ਦੇ ਲਈ, ਪਰ ਉਹ ਇੱਕ ਕਿਸੇ ਨਾਲ ਆਪਸ ਦੇ ਵਿੱਚ ਖੁੰਦਕ ਜਿਹੜੀ ਆ ਉਹ ਨਾ ਪਾਲਣ। ਸੋ ਇੱਕ ਹੈਲਦੀ ਕੰਪੀਟੀਸ਼ਨ ਜਿਹੜਾ ਉਹ ਰੱਖਣ, ਜਿਸ ਦੇ ਵਿੱਚ ਉਹ ਆਪਣੇ ਆਪ ਨੂੰ ਡਿਵੈਲਪ ਕਰਨ, ਆਪਣਾ ਪਾਰਟੀਸਪੇਟ ਕਰਨ ਲਈ ਵੀ 100% ਦੇਣ, ਲੇਕਿਨ ਉਸ ਤੋਂ ਬਾਅਦ ਆਉਣ ਵਾਲੇ ਨਤੀਜਿਆਂ ਨੂੰ ਵੀ ਖੁਸ਼ੀ ਖੁੱਲੇ ਦਿਲ ਨਾਲ ਸਵੀਕਾਰ ਕਰਨ। ਸੋ ਇਹ ਜਿਹੜੇ, ਇਸੇ ਨੂੰ ਆਪਾਂ ਸਪੋਰਟਸਮੈਨਸ਼ਿਪ ਕਹਿੰਦੇ ਹਾਂ। ਜਿੱਤ ਹਾਰ ਜਿਹੜੀ ਆ ਉਹ ਬਾਅਦ ਦੇ ਵਿੱਚ ਹੁੰਦੀ ਹੈ, ਸਭ ਤੋਂ ਪਹਿਲਾਂ ਪਾਰਟੀਸਪੇਟ ਕਰਨਾ, ਉਸ ਦੇ ਵਿੱਚ ਆਪਣਾ 100% ਦੇਣਾ, ਉਹੀ ਮੈਟਰ ਕਰਦਾ ਹੈ। ਉਹਨਾਂ ਕੋਈ ਇੱਕ ਤਾਂ ਜਿੱਤੇਗਾ ਜਾਂ ਹਾਰੇਗਾ, ਲੇਕਿਨ ਅਗਰ ਜੋ ਹਾਰ ਰਿਹਾ ਉਹ ਆਪਣਾ ਦਿਲ ਛੋਟਾ ਨਾ ਕਰੇ ਜਾਂ ਜਿੱਤਣ ਵਾਲੇ ਨੂੰ ਖੁੱਲੇ ਦਿਲ ਨਾਲ ਅਪਣਾਏ। ਸੋ ਇਹ ਚੀਜ਼ ਜਿਹੜੀ ਹੈ ਬਹੁਤ ਜ਼ਰੂਰੀ ਹੈ। ਅਦਰਵਾਈਜ਼ ਅਗਰ ਇੱਦਾਂ ਨਹੀਂ ਹੁੰਦਾ ਤਾਂ ਇੱਕ ਸਹੀ ਸਮਾਜ ਜਿਹੜਾ ਉਹ ਬਿਲਡ ਨਹੀਂ ਹੋ ਸਕਦਾ। ਸਮਾਜ ਦੇ ਲਈ ਇਹ ਚੀਜ਼ ਜਿਹੜੀ ਹੈ ਬਹੁਤ ਹਾਨੀਕਾਰਕ ਹੈ, ਅਗਰ ਆਪਾਂ ਆਪਣੀ ਹਾਰ ਜਾਂ ਕਿਸੇ ਦੂਸਰੇ ਦੀ ਜਿੱਤ ਨੂੰ ਖੁੱਲੇ ਦਿਲ ਨਾਲ ਸਵੀਕਾਰ ਨਹੀਂ ਕਰ ਸਕਦੇ। ਇਸਦੇ ਐਗਜ਼ਾਮਪਲ ਤੁਸੀਂ ਆਪਣੇ ਆਲੇ ਦੁਆਲੇ ਜਾਂ ਰਿਐਲਿਟੀ ਦੇ ਵਿੱਚ ਬਹੁਤ ਸਾਰੀ
ਦੇਖੀਆਂ ਹੋਣਗੀਆਂ, ਬਹੁਤ ਸਾਰੇ ਮੈਚਿਸ ਦੇ ਵਿੱਚ ਜਿਹੜੀ ਤੁਸੀਂ ਇਹ ਚੀਜ਼ ਦੇਖੀ ਹੋਏਗੀ। ਲੇਕਿਨ ਇਹ ਚੀਜ਼ ਹਰ ਇੱਕ ਵਿਅਕਤੀ ਦੇ ਵਿੱਚ ਡਿਵੈਲਪ ਹੋਣੀ ਚਾਹੀਦੀ ਹੈ ਕਿ ਜਿੱਥੇ ਆਪਾਂ ਜਿੱਤਦੇ ਹਾਂ ਉੱਥੇ ਆਪਾਂ ਨੂੰ ਆਪਣੀ ਹਾਰ ਵੀ ਜਿਹੜੀ ਆ ਉਹ ਖੁੱਲੇ ਦਿਲ ਨਾਲ ਸਵੀਕਾਰ ਕਰਨੀ ਚਾਹੀਦੀ ਹੈ। ਉਹੀ ਇੱਕ ਵਧੀਆ ਡਿਵੈਲਪਡ ਇਮੋਸ਼ਨਲੀ ਸਟੇਬਲ ਪਰਸਨ ਹੁੰਦਾ ਹੈ। ਇਹਦਾ ਨਹੀਂ ਹੁੰਦਾ ਤਾਂ ਇਹ ਸਮਾਜ ਲਈ ਹਾਨੀਕਾਰਕ ਹੀ ਹੁੰਦਾ, ਇਸਦੇ ਜਿਹੜੇ ਸਿੱਟੇ ਉਹ ਵੀ ਹਾਨੀਕਾਰਕ ਨਿਕਲਦੇ ਨੇ। ਸੋ ਇੱਕ ਵਧੀਆ ਸਮਾਜ ਉਹੀ ਹੁੰਦਾ ਜਿੱਥੇ ਜਿਹੜੇ ਲੋਕ ਨੇ ਉਹ ਚੰਗੇ ਮੁਕਾਬਲੇ ਲਈ ਉਤਸ਼ਾਹਿਤ ਹੋਣ, ਔਰ ਇਹ ਕੰਮ ਜਿਹੜਾ ਇੱਕ ਬੱਚੇ ਦੇ ਵਿੱਚ ਇੱਕ ਟੀਚਰ ਕਰ ਸਕਦਾ ਹੈ। ਸੋ ਇਹ ਸੀਗਾ ਜੀ ਟੀਚਰ ਦਾ ਰੋਲ ਕਿ ਸੋਸ਼ਲਾਈਜੇਸ਼ਨ ਪ੍ਰੋਸੈਸ ਦੇ ਵਿੱਚ ਉਹ ਕੀ ਕੰਮ ਕਰ ਸਕਦਾ, ਕਿਸ ਤਰ੍ਹਾਂ ਆਪਣਾ ਰੋਲ ਪਲੇ ਕਰ ਸਕਦਾ। ਕੀਤੀ ਕਿ ਸੋਸ਼ਲਾਈਜੇਸ਼ਨ ਪ੍ਰੋਸੈਸ ਦੇ ਵਿੱਚ ਇੱਕ ਪੀਅਰ ਗਰੁੱਪ ਜਿਹੜਾ ਬਹੁਤ ਮੈਟਰ ਕਰਦਾ ਹੈਗਾ। ਬੱਚੇ ਆਪਣੇ ਪੀਅਰ ਗਰੁੱਪ ਤੋਂ ਵੀ ਬਹੁਤ ਕੁਝ ਸਿੱਖਦੇ ਨੇ। ਇੱਕ ਸੋਸ਼ਲਾਈਜੇਸ਼ਨ ਪ੍ਰੋਸੈਸ ਦੇ ਵਿੱਚ ਪਲੇ ਦਾ ਕੀ ਰੋਲ ਹੈ, ਯਾਨੀ ਕਿ ਖੇਡਾਂ ਦਾ ਕੀ ਰੋਲ ਹੈ। ਤੇ ਬੱਚੇ ਨੇ ਉਹਨਾਂ ਦਾ ਸਭ ਤੋਂ ਪਹਿਲਾਂ ਕੰਮ, ਜਦੋਂ ਬੱਚਾ ਜਨਮ ਲੈਂਦਾ ਹੈ ਉਸ ਤੋਂ ਬਾਅਦ ਉਸਦਾ ਇਨਫੈਂਟ ਸਟੇਜ ਦੇ ਵਿੱਚ, ਚਿਲਡਰਨ ਸਟੇਜ, ਚਾਈਲਡਹੁੱਡ ਸਟੇਜ ਦੇ ਵਿੱਚ ਉਸਦਾ ਮੇਨ ਕੰਮ ਜਿਹੜਾ ਉਹ ਖੇਡਣਾ ਹੀ ਹੁੰਦਾ ਹੈ। ਪਲੇ ਏਜ ਆਪਾਂ ਉਸਨੂੰ ਕਹਿੰਦੇ ਹਾਂ। ਖੇਡ ਬਹੁਤ ਹੀ ਜ਼ਰੂਰੀ ਹੈ ਇੱਕ ਬੱਚੇ ਦੇ ਸੋਸ਼ਲਾਈਜੇਸ਼ਨ ਲਈ, ਕਿਉਂਕਿ ਖੇਡਾਂ ਤੋਂ ਹੀ ਬੱਚੇ ਬਹੁਤ ਕੁਝ ਸਿੱਖਦੇ ਨੇ। ਸੋ ਅਗਰ ਆਪਾਂ ਗੱਲ ਕਰ ਲਈਏ ਜੀ ਬਰੂਨਰ ਦੀ, ਤਾਂ ਬਰੂਨਰ ਨੇ ਕਿਹਾ ਕਿ ਪਲੇ ਇਜ਼ ਦਾ ਪ੍ਰਿੰਸੀਪਲ ਬਿਜ਼ਨਸ ਆਫ ਚਾਈਲਡਹੁੱਡ। ਤਾਂ ਉਹਨਾਂ ਦਾ ਮੇਨ ਕੰਮ, ਮੇਨ ਬਿਜ਼ਨਸ ਹੀ ਉਸ ਟਾਈਮ ਖੇਡ ਹੁੰਦਾ। ਤੇ ਖੇਡ ਜਿਹੜਾ ਸੋਸ਼ਲਾਈਜੇਸ਼ਨ ਪ੍ਰੋਸੈਸ ਦਾ ਇੱਕ ਕੀ ਐਲੀਮੈਂਟ ਹੈ। ਬਹੁਤ ਸਾਰੀਆਂ ਚੀਜ਼ਾਂ ਜਿਹੜੇ ਬੱਚੇ ਉਹ ਖੇਡਾਂ ਤੋਂ ਸਿੱਖਦੇ ਨੇ। ਟਾਈਮ ਦੇ ਨਾਲ ਜਿਹੜੀ ਖੇਡਾਂ ਨੇ ਉਹ ਚੇਂਜ ਹੁੰਦੀਆਂ ਜਾ ਰਹੀਆਂ ਨੇ। ਪਹਿਲਾਂ ਦੀਆਂ ਖੇਡਾਂ ਹੁੰਦੀਆਂ ਸੀ ਫਿਜ਼ੀਕਲ ਖੇਡਾਂ ਹੁੰਦੀਆਂ ਸੀ, ਜਿਹਦੇ ਵਿੱਚ ਫਿਜ਼ੀਕਲੀ ਬੱਚੇ ਇਨਵੋਲਵ ਹੁੰਦੇ ਸੀ ਖੇਡਾਂ ਦੇ ਵਿੱਚ, ਚਾਹੇ ਉਹ ਕਬੱਡੀ ਕਹਿ ਲਓ, ਕੁਸ਼ਤੀ ਕਹਿ ਲਓ, ਗਰਾਊਂਡ ਲੈਵਲ 'ਤੇ ਉਹ ਖੇਡਾਂ ਹੁੰਦੀਆਂ ਸੀ। ਲੇਕਿਨ ਟਾਈਮ ਦੇ ਨਾਲ ਨਾਲ ਜਿਹੜੀ ਖੇਡਾਂ ਨੇ ਉਹ ਚੇਂਜ ਹੁੰਦੀਆਂ ਜਾ ਰਹੀਆਂ ਨੇ। ਅੱਜ ਕੱਲ੍ਹ ਜਿਹੜੇ ਇਲੈਕਟ੍ਰੋਨਿਕ ਖੇਡਾਂ ਜਾਂ ਡਿਜੀਟਲ ਖੇਡਾਂ ਜਾਂ ਫੋਨ 'ਤੇ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਹੋਣ ਲੱਗੀਆਂ, ਜਿਸ ਦੇ ਨਾਲ ਉਹਨਾਂ ਦੇ ਫਾਇਦੇ ਵੀ ਨੇ ਲੇਕਿਨ ਉਹਨਾਂ ਦੇ ਨੁਕਸਾਨ ਜਿਹੜੇ ਆ ਬਹੁਤ ਜ਼ਿਆਦਾ ਨੇ, ਜਿਸ ਦੇ ਨਾਲ ਉਹਨਾਂ ਦਾ ਦਿਮਾਗ ਤਾਂ ਤੇਜ਼ ਹੋ ਸਕਦਾ ਹੈ ਲੇਕਿਨ ਉਹਨਾਂ ਦੀ ਫਿਜ਼ੀਕਲ ਹੈਲਥ 'ਤੇ ਇਸ ਦਾ ਬਹੁਤ ਜਿਹੜਾ ਇਫੈਕਟ ਪੈ ਰਿਹਾ। ਉਹਨਾਂ ਦੀ ਆਈਸਾਈਟ ਵੀਕ ਹੋ ਜਾਂਦੀ ਹੈ, ਉਹਦਾ ਪੋਸਚਰ ਹੈ ਉਹ ਖਰਾਬ ਹੋ ਜਾਂਦਾ ਹੈ, ਉਹਨਾਂ ਦੀ ਫਿਜ਼ੀਕਲ ਜਿਹੜੀ ਫਿਟਨੈਸ ਹੈ ਉਹ ਚਲੀ ਜਾਂਦੀ ਹੈ, ਕਿਉਂਕਿ ਬੱਚੇ ਹਰ ਵਕਤ ਉਹ ਬੈਠ ਕੇ ਹੀ ਸਾਰਾ ਕੰਮ ਕਰਦੇ ਨੇ, ਯਾਨੀ ਕਿ ਫੋਨ 'ਤੇ ਹੀ ਸਾਰਾ ਦਿਨ ਆਪਣਾ ਪੜ੍ਹਨ ਦਾ ਵੀ ਔਰ ਆਪਣੇ ਖੇਡਣ ਦਾ ਵੀ ਸਾਰਾ ਕੰਮ ਜਿਹੜਾ ਫੋਨ 'ਤੇ ਕਰਦੇ ਰਹਿੰਦੇ ਨੇ। ਲੇਕਿਨ ਪਲੇ ਜਿਹੜਾ ਹੈ ਇੱਕ ਬੱਚੇ ਦੇ ਸੋਸ਼ਲਾਈਜੇਸ਼ਨ ਪ੍ਰੋਸੈਸ ਦੇ ਵਿੱਚ ਬਹੁਤ ਇੰਪੋਰਟੈਂਟ ਰੋਲ ਪਲੇ ਕਰਦਾ ਹੈ। ਅਗਰ ਬੱਚੇ ਗਰਾਊਂਡ ਲੈਵਲ 'ਤੇ ਜਾ ਕੇ ਖੇਡਣਗੇ, ਆਪਣੇ ਪੀਅਰ ਗਰੁੱਪਸ ਦੇ ਨਾਲ ਮਿਲ ਕੇ ਉਹਨਾਂ ਨਾਲ ਗੱਲਬਾਤ ਕਰਕੇ ਖੇਡਣਗੇ, ਆਪਣੇ ਆਂਢ ਗੁਆਂਢ ਦੇ ਵਿੱਚ ਜਾਣਗੇ ਖੇਡਣ ਲਈ, ਉੱਥੇ ਹੋਰ ਲੋਕਾਂ ਨਾਲ ਗੱਲਬਾਤ ਕਰਨਗੇ, ਤਾਂ ਇਸ ਦੇ ਨਾਲ ਉਹਨਾਂ ਦਾ ਸਮਾਜੀਕਰਨ ਜਿਹੜਾ ਹੋਰ ਵਧੀਆ ਤੇ ਆਸਾਨ ਤਰੀਕੇ ਨਾਲ ਹੋਏਗਾ। ਸੋ ਕੋਸ਼ਿਸ਼ ਕਰੋ, ਅਗਰ ਤੁਸੀਂ ਆਪਣੇ ਆਲੇ ਦੁਆਲੇ ਕੋਈ ਛੋਟੇ ਬੱਚੇ ਇਸ ਤਰ੍ਹਾਂ ਦੇ ਦੇਖਦੇ ਹੋ, ਤਾਂ ਕੋਸ਼ਿਸ਼ ਕਰੋ ਕਿ ਉਹਨਾਂ ਦਾ ਅਗਰ ਪੜ੍ਹਾਈ ਦਾ ਕੰਮ ਜਿਹੜਾ ਹੈ ਉਹ ਫੋਨ 'ਤੇ ਹੈ, ਤਾਂ ਕਮ ਸੇ ਕਮ ਖੇਡਾਂ ਦਾ ਕੰਮ ਜਿਹੜਾ ਉਹਨਾਂ ਦਾ ਗਰਾਊਂਡ ਲੈਵਲ 'ਤੇ ਹੋਵੇ, ਜਿਸ ਨਾਲ ਉਹਨਾਂ ਦੀ ਫਿਜ਼ੀਕਲ ਫਿਟਨੈਸ ਵੀ ਬਣੇ, ਪਲੱਸ ਉਹਨਾਂ ਦਾ ਸੋਸ਼ਲਾਈਜੇਸ਼ਨ ਪ੍ਰੋਸੈਸ, ਉਹਨਾਂ ਦਾ ਕਮਿਊਨੀਕੇਸ਼ਨ ਪ੍ਰੋਸੈਸ ਜਿਹੜਾ ਉਹ ਹੋਰ ਚੰਗੀ ਤਰ੍ਹਾਂ ਡਿਵੈਲਪ ਹੋਵੇ। ਅਗਰ ਆਪਾਂ ਪਲੇ ਦੀ ਗੱਲ ਕਰ ਲਿਆ ਤਾਂ ਇਹਦੇ ਵਿੱਚ ਆਪਾਂ ਗੱਲ ਕਰ ਲਿਆ ਜੀ ਪਲੇ ਨੂੰ ਇੱਕ ਸਾਈਕੋਲੋਜਿਸਟ ਹੋਇਆ ਪਾਰਟਨ 1932 ਦੇ ਵਿੱਚ ਪਲੇ ਦੇ ਕੁਝ ਲੈਵਲਸ ਦਿੱਤੇ ਨੇ। ਸੋ ਸਭ ਤੋਂ ਪਹਿਲਾ ਲੈਵਲ ਹੈਗਾ ਜੀ ਸੋਲੇਟਰੀ ਪਲੇ। ਇਹਦੇ ਵਿੱਚ ਕੀ ਹੁੰਦਾ, ਜਿਵੇਂ ਤੁਸੀਂ ਵਰਡ ਤੋਂ ਹੀ ਪਤਾ ਲੱਗ ਰਿਹਾ ਹੋਏਗਾ, ਜਿਹਦੇ ਵਿੱਚ ਬੱਚਾ ਇਕੱਲਾ ਹੀ ਖੇਡਦਾ ਹੈ ਵਿਦਆਊਟ ਦੀ ਇਨਵੋਲਵਮੈਂਟ ਆਫ ਅਦਰ ਚਿਲਡਰਨ, ਜਿਹਦੇ ਵਿੱਚ ਹੋਰ ਬੱਚੇ ਉਸ ਨਾਲ ਆ ਕੇ ਨਹੀਂ ਖੇਡਦੇ ਪਲੇਗਰਾਊਂਡ ਦੇ ਵਿੱਚ, ਉਹ ਇਕੱਲਾ ਹੀ ਖੇਡਦਾ ਹੈ। ਇਹਦੇ ਵਿੱਚ ਕਿਹੜੀਆਂ ਖੇਡਾਂ ਹੋ ਸਕਦੀਆਂ ਨੇ, ਜਿਵੇਂ ਇੱਕ ਬੱਚਾ ਬੈਠ ਕੇ ਬਲੋਕਸ ਨਾਲ ਟਾਵਰ ਜਿਹੜਾ ਬਣਾ ਰਿਹਾ, ਤਾਸ਼ ਦੇ ਪੱਤਿਆਂ ਨਾਲ ਉਹ ਇੱਕ ਘਰ ਬਣਾ ਰਿਹਾ ਹੈ। ਤਾਂ ਇਹਨਾਂ ਦੇ ਖੇਡਾਂ ਦੇ ਵਿੱਚ ਬੱਚਾ ਇਕੱਲਾ ਹੀ ਖੇਡ ਰਿਹਾ ਹੁੰਦਾ, ਇਹਦੇ ਵਿੱਚ ਹੋਰ ਬੱਚਿਆਂ ਦੀ ਇਨਵੋਲਵਮੈਂਟ ਦੀ ਜ਼ਰੂਰਤ ਨਹੀਂ ਹੁੰਦੀ। ਸੈਕਿੰਡ ਆ ਗਿਆ ਜੀ ਕਰੈਕਟਰ ਪਲੇ। ਇਹਦੇ ਵਿੱਚ ਕੀ ਹੁੰਦਾ ਕਿ ਬੱਚਾ ਦੂਸਰੇ ਨੂੰ ਓਬਜ਼ਰਵ ਕਰਦਾ ਹੈ, ਦੂਸਰੇ ਬੱਚੇ ਨੂੰ ਓਬਜ਼ਰਵ ਕਰਦਾ, ਤੇ ਉਹਨੂੰ ਓਬਜ਼ਰਵ ਕਰਦੇ ਹੋਏ ਆਪਣੀ ਖੇਡ ਜਿਹੜਾ ਖੇਡਦਾ ਉਹਨਾਂ ਨੂੰ ਦੂਸਰੇ ਬੱਚਿਆਂ ਨੂੰ ਕਾਪੀ ਕਰਕੇ ਉਸਦੇ ਅਕੋਰਡਿੰਗ ਆਪਣੀ ਖੇਡ ਚੇਂਜ ਕਰਦਾ ਤੇ ਉਹਨਾਂ ਦੇ ਮੁਤਾਬਿਕ ਕੰਮ ਕਰਨ ਦੀ ਕੋਸ਼ਿਸ਼ ਕਰਦਾ ਹੈ। ਥਰਡ ਹੋ ਗਿਆ ਜੀ ਪੈਰਲਲ ਪਲੇ। ਤੇ ਬਹੁਤ ਸਾਰੇ ਬੱਚੇ ਆਪਸ ਦੇ ਵਿੱਚ ਇਕੱਠੇ ਖੇਡ ਰਹੇ ਹੁੰਦੇ ਆ, ਲੇਕਿਨ ਸਭ ਆਪਣਾ ਆਪਣਾ ਇੰਡੀਪੈਂਡੈਂਟਲੀ ਖੇਡ ਰਹੇ ਹੁੰਦੇ ਆ, ਗੇਮ ਇੱਕੋ ਹੀ ਚੱਲ ਰਹੀ ਹੁੰਦੀ ਹੈ, ਲੇਕਿਨ ਸਭ ਪੈਰਲਲ ਆਪਣੇ ਆਪਣੇ ਜਿਹੜੇ ਆ ਆਪਣੇ ਆਪਣੇ ਲੈਵਲ 'ਤੇ, ਇੰਡੀਵਿਜੂਅਲ ਲੈਵਲ 'ਤੇ ਇੰਡੀਪੈਂਡੈਂਟਲੀ ਉਹ ਗੇਮ ਖੇਡ ਰਹੇ ਹੁੰਦੇ ਆ। ਜਿਵੇਂ ਕਿਸੇ ਪਜ਼ਲ ਨੂੰ ਸੋਲਵ ਕਰਨਾ, ਇੱਕੋ ਪਜ਼ਲ ਨੂੰ ਆਪਣੇ ਲੈਵਲ 'ਤੇ ਸੋਲਵ ਕਰਨ ਦੀ ਕੋਸ਼ਿਸ਼ ਕਰਦੇ ਹੁੰਦੇ ਆ। ਇਹਦੇ ਵਿੱਚ ਉਹਨਾਂ ਵਿੱਚ ਹੈਲਦੀ ਕੰਪੀਟੀਸ਼ਨ ਜਿਹੜਾ ਉਹ ਡਿਵੈਲਪ ਹੁੰਦਾ ਕਿ ਕਿਹੜਾ ਪਜ਼ਲ ਨੂੰ ਸਭ ਤੋਂ ਪਹਿਲਾਂ ਸੋਲਵ ਕਰੇਗਾ। ਉਸ ਤੋਂ ਬਾਅਦ ਆ ਜਾਂਦਾ ਜੀ ਐਸੋਸੀਏਟਿਵ ਪਲੇ, ਜਿਸ ਦੇ ਵਿੱਚ ਬੱਚੇ ਇੱਕ ਦੂਸਰੇ ਨਾਲ ਮਿਲ ਕੇ ਜਿਹੜਾ ਉਹ ਖੇਡਦੇ ਆ, ਜਿਸ ਦੇ ਵਿੱਚ ਤੁਸੀਂ ਦੇਖਿਆ ਹੋਏਗਾ ਬੱਚੇ ਕੁਛ ਨਾ ਕੁਛ ਬਣ ਜਾਂਦੇ ਆ। ਮੇਕ ਬਿਲੀਵ ਪਲੇ ਆਪਾਂ ਜਿਸ ਨੂੰ ਕਹਿੰਦੇ ਹਾਂ, ਜਿਸ ਦੇ ਵਿੱਚ ਬੱਚੇ ਆਪਣੇ ਆਪ ਨੂੰ ਜਿਵੇਂ ਚੋਰ ਪੁਲਿਸ ਦੀ ਆਪਾਂ ਗੱਲ ਕਰ ਲਈਏ, ਉਹ ਬਣ ਕੇ ਜਿਹੜਾ ਖੇਡਾਂ ਖੇਡਦੇ ਨੇ, ਜਾਂ ਐਰੋਪਲੇਨ ਕਾਰ ਬਣ ਕੇ ਜਿਹੜਾ ਰੂਮ ਦੇ ਵਿੱਚ ਭੱਜਦੇ ਹੋਏ ਨੇ ਕਿ ਉਹ ਆਪਣੇ ਆਪ ਨੂੰ ਐਰੋਪਲੇਨ ਸਮਝਦੇ ਆ ਜਾਂ ਕਾਰ ਸਮਝਦੇ ਆ। ਤਾਂ ਇਸ ਤਰ੍ਹਾਂ ਕੁਛ ਨਾ ਕੁਛ ਉਹ ਮੇਕ ਬਿਲੀਵ ਪਲੇ ਆਪਾਂ ਇਸ ਨੂੰ ਕਹਿੰਦੇ ਹਾਂ, ਜਾਂ ਐਸੋਸੀਏਟਿਵ ਪਲੇ ਕਹਿੰਦੇ ਹਾਂ। ਕੁਛ ਨਾ ਕੁਛ ਉਹ ਆਪਣੇ ਆਪ ਨੂੰ ਰੋਲ ਜਿਹੜਾ ਉਹ ਆਪਣੇ ਆਪ ਨੂੰ ਮੰਨ ਲੈਂਦੇ ਆ, ਐਸੋਸੀਏਟ ਕਰ ਲੈਂਦੇ ਆਪਣੇ ਨਾਲ, ਤੇ ਉਸਦੇ ਅਕੋਰਡਿੰਗ ਫਿਰ ਕੰਮ ਕਰਦੇ ਨੇ। ਇਸ ਤੋਂ ਬਾਅਦ ਆ ਜਾਂਦਾ ਕੋਆਪਰੇਟਿਵ ਪਲੇ। ਸਾਰੇ ਬੱਚੇ ਇਕੱਠੇ ਜਿਹੜੇ ਆ ਉਹ ਗੇਮ ਖੇਡਦੇ ਨੇ, ਕੋਆਪਰੇਸ਼ਨ ਦੇ ਨਾਲ ਖੇਡਦੇ ਨੇ, ਜਿਸ ਦੇ ਵਿੱਚ ਹਰ ਇੱਕ ਨੂੰ ਕੁਛ ਨਾ ਕੁਛ ਰੋਲ ਜਿਹੜਾ ਅਸਾਈਨ ਕੀਤਾ ਜਾਂਦਾ ਹੈ, ਉਹਦੇ ਮੁਤਾਬਿਕ ਹਰ ਕੋਈ ਜਿਹੜਾ ਆਪਣਾ ਕੰਮ ਕਰਦਾ ਹੈ। ਲੇਕਿਨ ਅਗਰ ਆਪਾਂ ਉੱਪਰਲੇ 4 ਪਲੇਸ ਦੀ ਗੱਲ ਕਰ ਲਈਏ ਤਾਂ ਇਹਦੇ ਵਿੱਚ ਇਹ ਹੁੰਦਾ ਹੈ ਕਿ ਕੋਈ ਵੀ ਅਗਰ ਇੱਕ ਬੱਚਾ ਉਸਦੇ ਵਿੱਚੋਂ ਜਾਂ ਉਸਦਾ ਇੱਕ ਮੈਂਬਰ ਜਿਹੜਾ ਪੂਰੇ ਪਲੇ ਦੇ ਵਿੱਚੋਂ ਅਗਰ ਚਲਾ ਜਾਂਦਾ ਤਾਂ ਉਸਦੇ ਨਾਲ ਕੋਈ ਫਰਕ ਨਹੀਂ ਪੈਂਦਾ ਪਲੇ ਨੂੰ। ਪਲੇ ਜਿਹੜੀ ਆ ਉਹ ਕੈਰੀ ਔਨ ਰਹਿੰਦੀ ਹੈ, ਖੇਡ ਜਿਹੜੀ ਆ ਉਹ ਚੱਲਦੀ ਰਹਿੰਦੀ ਹੈ। ਲੇਕਿਨ ਕੋਆਪਰੇਟਿਵ ਪਲੇ ਦੇ ਵਿੱਚ ਕਿਉਂਕਿ ਸਾਰੇ ਮੈਂਬਰਸ ਨੂੰ ਇੱਕ ਪਰਟੀਕੁਲਰ ਰੋਲ ਅਸਾਈਨ ਕੀਤਾ ਜਾਂਦਾ ਹੈ, ਲੇਕਿਨ ਅਗਰ ਉਹਦੇ ਵਿੱਚ ਇੱਕ ਵੀ ਮੈਂਬਰ ਜਿਹੜਾ ਬਾਹਰ ਚਲਾ ਜਾਂਦਾ ਹੈ ਖੇਡ ਦੇ ਵਿੱਚੋਂ, ਤਾਂ ਖੇਡ ਜਿਹੜੀ ਆ ਉਹ ਖਤਮ ਹੋ ਜਾਂਦੀ ਹੈ। ਬੱਚੇ ਦੀ ਡਿਵੈਲਪਮੈਂਟ ਦੀ ਸਟੇਜ ਦੇ ਵਿੱਚ ਸਭ ਤੋਂ ਪਹਿਲਾਂ ਕਿਹੜਾ ਪਲੇ ਆਏਗਾ ਤੇ ਉਸ ਤੋਂ ਬਾਅਦ ਕਿਹੜਾ ਪਲੇ ਆਉਂਦਾ ਹੈ, ਇਸ ਦੇ ਰਿਗਾਰਡਿੰਗ ਇੱਕ ਕੁਐਸਚਨ ਵੀ ਜਿਹੜਾ ਹੈ ਉਹ ਪੀਐਸਟੈਟ ਦੇ ਵਿੱਚ ਪੁੱਛਿਆ ਹੋਇਆ। ਤੁਹਾਨੂੰ ਐਮਸੀਕਿਊ ਦੀ ਸੀਰੀਜ਼ ਦੇ ਵਿੱਚ ਉਹ ਕੁਐਸਚਨ ਕਰਵਾਇਆ ਵੀ ਸੀ, ਸੋ ਤੁਸੀਂ ਐਮਸੀਕਿਊ ਦੀ ਸੀਰੀਜ਼ ਵੀ ਕਰ ਸਕਦੇ ਹੋ। ਉਸਦੇ ਨਾਲ ਤੁਹਾਡੇ ਕੁਐਸਚਨਸ ਜਿਹੜੇ ਆ ਉਹ ਸੋਲਵ ਹੋਣਗੇ, ਤੁਹਾਡੀ ਪ੍ਰੈਪਰੇਸ਼ਨ ਜਿਹੜੀ ਆ ਹੋਰ ਵੀ ਜ਼ਿਆਦਾ ਇੰਪਰੂਵ ਹੋ ਜਾਏਗੀ ਕਿ ਕਿਸ ਤਰ੍ਹਾਂ ਦੇ ਕੁਐਸਚਨ ਆਉਂਦੇ ਆ, ਉਹਨਾਂ ਨੂੰ ਕਿਸ ਤਰ੍ਹਾਂ ਸੋਲਵ ਕਰਨਾ ਹੈ। ਸੋ ਤੁਸੀਂ ਐਮਸੀਕਿਊ ਦੀ ਸੀਰੀਜ਼ ਨੂੰ ਜ਼ਰੂਰ ਦੇਖੋ। ਬਾਕੀ ਅਸੀਂ ਜੀ ਸੀਡੀਪੀ ਦੀ ਕੋਰਸ ਦੀ ਸੀਰੀਜ਼, ਜਿਸ ਦੇ ਵਿੱਚ ਤੁਹਾਡੇ ਕਨਸੈਪਟ ਕਲੈਰੀਫਿਕੇਸ਼ਨ ਆਪਾਂ ਤੁਹਾਨੂੰ ਕਰਵਾਉਂਦੇ ਹਾਂ।
ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਸੋਸ਼ਲਾਈਜੇਸ਼ਨ ਪ੍ਰੋਸੈਸ ਨੂੰ ਸਮਝਿਆ। ਚਲੋ ਚੈਪਟਰ ਨੰਬਰ 4 ਜਿਹੜਾ ਉਹ ਕੰਪਲੀਟ ਹੋ ਚੁੱਕਿਆ ਹੈ। ਆਈ ਹੋਪ ਤੁਹਾਨੂੰ ਚੈਪਟਰ ਚੰਗੀ ਤਰ੍ਹਾਂ ਸਮਝ ਆਇਆ ਹੋਵੇਗਾ, ਹਰ ਇੱਕ ਚੀਜ਼ ਜਿਹੜੀ ਤੁਹਾਨੂੰ ਚੰਗੀ ਤਰ੍ਹਾਂ ਸਮਝ ਆਈ ਹੋਏਗੀ। ਤੁਹਾਨੂੰ ਇਹ ਲੈਕਚਰ ਕਿਸ ਤਰ੍ਹਾਂ ਦਾ ਲੱਗਿਆ, ਆਪਣਾ ਫੀਡਬੈਕ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ। ਵੀਡੀਓ ਨੂੰ ਲਾਈਕ ਕਰੋ, ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਸਭ ਤੱਕ ਇਹ ਵੀਡੀਓ ਪਹੁੰਚ ਸਕੇ। ਨਾਲੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ, ਬੈਲ ਆਈਕਨ ਨੂੰ ਪ੍ਰੈਸ ਕਰਕੇ ਆਲ ਬਟਨ ਤੇ ਜ਼ਰੂਰ ਕਲਿੱਕ ਕਰ ਲਿਓ ਤਾਂ ਕਿ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਜ਼ਰੂਰ ਪਹੁੰਚ ਜਾਵੇ। ਪਰ ਕਈ ਵਾਰ ਤੁਹਾਡੇ ਤੱਕ YouTube ਦੀ ਨੋਟੀਫਿਕੇਸ਼ਨ ਨਹੀਂ ਆਉਂਦੀ ਤਾਂ ਪਲੀਜ਼ ਟੈਲੀਗ੍ਰਾਮ ਚੈਨਲ ਨੂੰ ਜ਼ਰੂਰ ਜੁਆਇਨ ਕਰੋ। ਉਸਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚੋਂ ਮਿਲ ਜਾਏਗਾ। ਥੈਂਕ ਯੂ।